बेटा? सर मेरी उम्र है 19 साल ਤੇ 7 ਮਹੀਨੇ। 19 ਸਾਲ ਤੇ 7 ਮਹੀਨੇ। ਥੋੜੀ ਉੱਚੀ ਬੋਲਣਾ ਔਰ ਤੁਸੀਂ ਆਪਣਾ ਜਿਹੜਾ ਅਗਰ ਜੇ ਔਨ ਕੀਤਾ ਹੋਇਆ ਸਪੀਕਰ ਜਿਹੜਾ ਫੋਨ ਦਾ 30 ਸਾਲ ਹੈ ਜੀ। ਮਤਲਬ 10 ਸਾਲ ਦਾ ਫਰਕ ਹੈ। ਹਾਂਜੀ। ਤੁਹਾਡੀ ਸ਼ਾਦੀ ਕਦੋਂ ਹੋਈ ਹੈ? ਕਿੰਨੇ ਸਾਲ ਪਹਿਲਾਂ? ਸਰ ਮੇਰੀ ਮੈਰਿਜ 1 ਸਾਲ ਪਹਿਲਾਂ ਹੋਈ ਸੀ 27 ਜਨਵਰੀ 2021 ਚ। ਮਤਲਬ 18 ਸਾਲ ਸਾਥ ਨਹੀਂ ਦਿੰਦੇ ਸੀਗੇ, ਉਹ ਐਲੀਗੇਸ਼ਨ ਲਾ ਰਹੇ ਸੀਗੇ ਔਰ ਤੁਹਾਡੀ ਸੱਸ ਜਿਹੜੀ ਆ ਕੁਝ ਸਮੇਂ ਲਈ ਤੁਹਾਡੀ ਨਨਾਣ ਕੋ ਰਹੀ ਆ ਔਰ ਉਹਨਾਂ ਨੇ ਅੱਖਾਂ ਖਰਾਬ ਸੀ, ਅੱਖਾਂ ਬਣਾਈਆਂ ਬਿਕੋਜ਼ ਆਫ ਤੁਹਾਡਾ ਬਿਹੇਵੀਅਰ ਠੀਕ ਨਹੀਂ ਸੀਗਾ। ਉਹਨਾਂ ਨੇ ਦੋਸ਼ ਲਾਏ ਤੁਹਾਡੇ ਤੇ। ਲੋਕੇਸ਼ਨ ਨਹੀਂ ਦੱਸ ਸਕਦੀ ਜੀ ਬਿਕੋਜ਼ ਮੇਰੀ ਜਾਨ ਨੂੰ ਖਤਰਾ ਹੈ। ਤੁਹਾਡੀ ਜਾਨ ਨੂੰ ਖਤਰਾ ਆ? ਕਿੱਥੋਂ ਖਤਰਾ ਆ? ਸਰ ਮੈਨੂੰ ਮੇਰੇ ਪੇਕਿਆਂ ਤੋਂ ਤੇ ਮੇਰੇ ਸਹੁਰਿਆਂ ਤੋਂ ਦੋਨਾਂ ਤੋਂ ਖਤਰਾ ਹੈ। ਕਮ ਔਨ ਨਵਜੋਤ, ਪਲੀਜ਼ ਸਟਾਪ ਇਟ। ਸੌਰੀ ਨਹੀਂ ਰਹਿਣਾ ਚਾਹੀਦਾ, ਵੱਖਰੀ ਗੱਲ ਹੈ, ਪਰ ਬੇਟਾ ਜਿਸ ਤਾਈ ਨੇ ਤੁਹਾਨੂੰ 18-19 ਸਾਲ ਪਾਲਿਆ ਆ ਉਹਦੇ ਉੱਪਰ ਦੋਸ਼ ਨਾ ਲਾ। ਉਹ ਬਿਰਧ ਹੋ ਚੁੱਕੀ ਆ, ਤੂੰ ਇਹ ਦੋਸ਼ ਕਿਉਂ ਲਾ ਰਹੀ ਆਪਣੀ ਤਾਈ ਤੇ? ਸਰ ਮੈਨੂੰ ਦੁੱਖ ਇਸ ਚੀਜ਼ ਦਾ ਆ। ਸਰ ਮੈਂ ਕੋਈ ਐਲੀਗੇਸ਼ਨ ਨਹੀਂ ਲਗਾ ਰਹੀ ਜੀ, ਪਰ ਮੈਂ ਨਾ ਤਾਂ ਮੈਂ ਆਪਣੇ ਸਹੁਰੇ ਪਰਿਵਾਰ ਨਾਲ ਰਹਿਣਾ ਚਾਹੁੰਦੀ ਤੇ ਨਾ ਮੈਂ ਆਪਣੇ ਪੇਕੇ ਪਰਿਵਾਰ ਨਾਲ ਰਹਿਣਾ ਚਾਹੁੰਦੀ। ਸਰ ਮੈਂ ਜੀ ਉਸ ਬੰਦੇ ਦੇ ਮੂੰਹ ਵੀ ਨਹੀਂ ਲੱਗਣਾ ਚਾਹੁੰਦੀ ਕਿਉਂਕਿ ਉਸ ਬੰਦੇ ਨੇ ਜਿੰਨੀ ਮੇਰੀ ਬਦਨਾਮੀ ਕੀਤੀ ਆ ਕਿਉਂਕਿ ਮੈਂ ਉਸਦੀ ਇੱਜ਼ਤ ਕੀਤੀ ਆ, ਉਸ ਨੂੰ ਸ਼ਰੇਆਮ ਸਾਰੀ ਦੁਨੀਆ 'ਚ ਚੱਲ। ਦੂਸਰੀ ਗੱਲ ਸਰ ਇਹ ਵੀ ਮਈ ਦੇ ਵਿੱਚ ਮੈਂ ਉਸ ਨੂੰ ਇੱਕ ਮੌਕਾ ਦੇ ਚੁੱਕੀ ਆ। ਤੁਸੀਂ ਇੱਕ ਵਾਰੀ ਜਦ ਤੋਂ ਨਵਜੋਤ ਕੌਰ ਨੇ ਬੀਬਾ ਰਣਜੋਤ ਕੌਰ ਦੀ ਸਟੋਰੀ ਸੇ ਪਹਿਲਾਂ ਕਵਰ ਕੀਤੀ ਸੀ ਤਾਂ ਇਹਨਾਂ ਦੇ ਹਸਬੈਂਡ ਨੇ ਸਾਡੇ ਨਾਲ ਤਾਲਮੇਲ ਕੀਤਾ, ਪੁਲਿਸ ਕੋਲ ਰਿਪੋਰਟ ਕੀਤੀ ਕਿ ਮੇਰੀ ਵਾਈਫ ਜਿਹੜੀ ਹੈ ਉਹ ਗੁੰਮਸ਼ੁਦਾ ਹੈ ਅਤੇ ਇਹਨੇ ਆਪਣੇ ਸਹੁਰੇ ਪਰਿਵਾਰ ਨਾਲ ਗੱਲਬਾਤ ਕੀਤੀ। ਸਹੁਰੇ ਪਰਿਵਾਰ ਨੇ ਵੀ ਕੰਪਲੇਂਟ ਜਿਹੜੀ ਹੈ ਉਹ ਦਰਜ ਕਰਾਈ। ਲੜਕੀ ਦੇ ਕੁਝ ਗਿਲੇ ਸ਼ਿਕਵੇ ਨੇ ਜ਼ਿੰਦਗੀ ਵਿੱਚ। ਇਹ ਲੜਕੀ ਵਿਚਾਰੀ ਛੋਟੀ ਉਮਰ ਦੀ ਸੀ ਜਦੋਂ ਇਹਨਾਂ ਦੀ ਮਾਤਾ ਜੀ ਇਸ ਸੰਸਾਰ ਵਿੱਚੋਂ ਚਲੇ ਗਏ ਔਰ ਇਹ ਬੱਚੇ ਇਕੱਲੀ ਰਹਿ ਗਈ। ਇਕੱਲੀ ਚੀਜ਼ ਸੀ ਔਰ ਇਹਨੂੰ ਮਾਂ ਦਾ ਪਿਆਰ ਨਹੀਂ ਮਿਲਿਆ, ਪਰ ਇਹਨੂੰ ਮਾਂ ਦੇ ਵੱਧ ਪਿਆਰ ਦੇ ਨਾਲੋਂ ਪਿਆਰ ਦੇਣ ਵਾਲੀ ਇਹਦੀ ਤਾਇਆ ਸੀ ਜਿਨ੍ਹਾਂ ਨੇ ਇਹਨੂੰ ਪੜਾਇਆ ਲਿਖਾਇਆ, ਇਹਦੀ ਸ਼ਾਦੀ ਕੀਤੀ। ਨਵਜੋਤ ਨੇ ਮਿਲਾਈ ਤੇ ਕਿੰਨਾ ਔਖਾ ਹੁੰਦਾ ਬੱਚੇ ਨੂੰ ਜਦੋਂ ਬੱਚੇ ਦੀ ਮਾਂ ਛੋਟੀ ਉਮਰ ਵਿੱਚ ਚਲ ਜਾਂਦੀ ਹੈ। ਧੰਨਵਾਦ ਮੈਂ ਕਰਦਾ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਅਗਰ ਜੇ ਇਸ ਤਰ੍ਹਾਂ ਵਾਪਰਦਾ ਆ ਤਾਂ ਕੋਈ ਨਾ ਕੋਈ ਮੈਂਬਰ ਜਿਹੜਾ ਆ ਉਹਨਾਂ ਨੂੰ ਸੰਭਾਲਦਾ ਆ, ਤਾਂ ਮੈਂ ਇਹ ਤਾਈ ਦਾ ਸਤਿਕਾਰ ਕਰਦਾ। ਨਵਜੋਤ ਸਤਿ ਸ਼੍ਰੀ ਅਕਾਲ, ਵੈਲਕਮ ਟੂ ਸ਼ੋ। ਸਤਿ ਸ਼੍ਰੀ ਅਕਾਲ ਸਰ ਜੀ ਨਵਜੋਤ ਥੋੜੇ ਉੱਚੀ ਬੋਲੋਗੇ ਬੇਟਾ? ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟਾ। ਨਵਜੋਤ ਕਿੰਨੀ ਉਮਰ ਤੁਹਾਡੀ ਇਸ ਵੇਲੇ ਬੇਟਾ? ਸਰ ਮੇਰੀ ਉਮਰ ਹੈ 19 ਸਾਲ ਤੇ 7 ਮਹੀਨੇ। 19 ਸਾਲ ਤੇ 7 ਮਹੀਨੇ। ਥੋੜੀ ਉੱਚੀ ਬੋਲਣਾ ਔਰ ਤੁਸੀਂ ਆਪਣਾ ਜਿਹੜਾ ਅਗਰ ਜੇ ਔਨ ਕੀਤਾ ਹੋਇਆ ਸਪੀਕਰ ਜਿਹੜਾ ਫੋਨ ਦਾ ਤਾਂ ਨਹੀਂ ਯੂਜ਼ ਕਰ ਰਹੇ, ਹੈਡਫੋਨ ਤਾਂ ਯੂਜ਼ ਕਰ ਰਹੇ? ਸਰ ਮੈਂ ਹੈਡਫੋਨ ਯੂਜ਼ ਕਰ ਰਹੀ ਹਾਂ। ਨੋ, ਇਹਨਾਂ ਨੂੰ ਡਿਸਕਨੈਕਟ ਕਰੋ। ਓਕੇ ਹੈਲੋ ਸਰ। ਹਾਂ, ਡਿਸਕਨੈਕਟ ਕਾਰਨ ਕੀ ਆ ਕਿ ਉਹਨਾਂ ਨਾਲ ਆਵਾਜ਼ ਸਾਫ਼ ਸੁਣੇਗੀ ਸਾਨੂੰ, ਤਾਂ ਕਿ ਲੋਕ ਜਿਹੜਾ ਤੁਹਾਡਾ ਦੁੱਖ ਜਿਹੜਾ ਆ ਉਹ ਜ਼ਿੰਦਗੀ ਵਿੱਚ ਉਹ ਚੁੱਕ ਸਕਣ, ਤੁਹਾਨੂੰ ਕੁਝ ਜ਼ਿੰਦਗੀ ਵਿੱਚ ਰਿਲੀਫ ਮਿਲ ਸਕੇ। ਹੋਰ ਇਹ ਤਾਂ ਤੁਹਾਨੂੰ ਯਾਦ ਹੈ ਤੁਹਾਡੀ ਮਦਰ ਤੁਸੀਂ ਵੇਖੀ ਵੀ ਹੈ ਜਾਂ ਬਹੁਤ ਛੋਟੇ ਸੀ ਤੁਹਾਡੀ ਮਦਰ ਤੁਹਾਨੂੰ ਛੱਡ ਗਏ? ਸਰ ਮੈਂ 1.5 ਸਾਲ ਦੀ ਸੀ। ਮੇਰੇ ਦਾਦੀ ਜੀ ਮੈਨੂੰ ਦੱਸਦੇ ਹੁੰਦੇ ਸੀ ਕਿੰਨੇ ਮੇਰੀ ਮਦਰ ਦੀ ਡੈਥ ਹੋਈ ਆ। ਕਿੰਨੇ ਸਾਲ ਦੇ ਸੀ ਆਪ ਜੀ? ਸਰ 2 ਸਾਲ। ਮੈਂ 2 ਸਾਲ ਤੋਂ ਬੱਚਾ ਛੋਟਾ, ਕਿੱਥੇ ਪਤਾ ਹੁਣ ਮਦਰ ਦਾ। ਜੀ ਮਾਂ ਦਾ ਪਿਆਰ ਨਹੀਂ ਮਿਲਿਆ ਬੇਟਾ ਤੁਹਾਨੂੰ। ਨਵਜੋਤ ਤੁਹਾਡੀ ਦਾਦੀ ਜੀ ਤੁਹਾਨੂੰ ਦਾਦੀ ਨੇ ਪਾਲਿਆ ਜਾਂ ਤੁਹਾਡੀ ਤਾਈ ਨੇ ਪਾਲਿਆ ਤੁਹਾਨੂੰ? ਸਰ ਮੈਂ ਛੋਟੀ ਹੁੰਦੀ ਸੀ ਜਦੋਂ ਨਾ ਮੇਰੇ ਤਾਇਆ ਤਾਈ ਜੀ ਨੇ ਮੈਨੂੰ ਪੰਚਾਇਤੀ ਤੌਰ ਤੇ ਗੋਦ ਲੈ ਲਿਆ ਸੀਗਾ। ਓਕੇ। ਹਾਂਜੀ, ਤੇ ਮੇਰਾ ਜਿਹੜਾ ਖਰਚਾ ਸੀ ਜਾਂ ਜੋ ਵੀ ਸੀ ਮੇਰੇ ਭੂਆ ਜੀ ਫਿਰ ਕਰਦੇ ਸੀਗੇ, ਸਾਰੇ ਰਲ ਮਿਲ ਕੇ ਉਹਨਾਂ ਨੇ ਮੈਨੂੰ ਪਾਲਿਆ। ਠੀਕ ਹੈ, ਨੋ ਪ੍ਰੋਬਲਮ। ਸੋ ਤੁਸੀਂ ਤਾਏ ਦੇ ਕੋਲ ਰਹੇ ਹੋ ਤੇ ਤੁਹਾਡੇ ਤੁਸੀਂ ਇਕੱਲੇ ਸੀ ਆਪਣੀ ਬੱਚੇ ਮਾਂ ਦੇ ਜਾਂ ਤੁਹਾਡਾ ਕੋਈ ਭਰਾ ਵੀ ਸੀ ਹੋਰ ਕੋਈ? ਨਹੀਂ ਸਰ ਮੈਂ ਇਕੱਲੀ ਸੀ ਜੀ। ਇਕੱਲੀ ਸੀਗੇ। ਤੁਹਾਡੀ ਮਦਰ ਦਾ ਨਾਮ ਕੀ ਸੀਗਾ? ਸੰਦੀਪ ਕੌਰ ਸਰ। ਸਰਜੀਤ ਕੌਰ? ਸੰਦੀਪ ਕੌਰ। ਸੰਦੀਪ।
ਹਾਂਜੀ ਉੱਚੀ ਬੋਲ ਬੇਟਾ, ਥੋੜੀ ਉੱਚੀ ਬੋਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ। ਤੁਹਾਡੇ ਪਿਤਾ ਜੀ ਦਾ ਨਾਮ ਕੀ ਹੈ ਬੇਟਾ? ਸਰਦਾਰ ਬਲਵੀਰ ਸਿੰਘ ਜੀ। ਸਰਦਾਰ ਬਲਵੀਰ ਸਿੰਘ ਜੀ। ਬਲਵੀਰ। ਹਾਂਜੀ। ਤੁਹਾਡਾ ਪਿੰਡ ਕਿਹੜਾ ਹੈ ਆਪਣੇ ਨਵਜੋਤ? ਸਰ ਮੇਰਾ ਪਿੰਡ ਮਾਲਾ ਕਲਾਂ ਹੈ ਜੀ, ਪਰ ਵੈਸੇ ਮੈਂ ਸ਼ੁਰੂ ਤੋਂ ਫਰੀਦਕੋਟ ਰਹੀ ਹਾਂ ਆਪਣੇ ਤਾਇਆ ਤਾਈ ਜੀ ਦੇ ਪਾਸ, ਤੇ ਆਪਣੀ ਭੂਆ ਜੀ ਦੇ ਕੋਲ ਰਹੀ ਹਾਂ 3-4 ਸਾਲ। ਤੁਸੀਂ ਤਾਏ ਤਾਈ ਦੇ ਕੋਲ ਕਿਹੜੇ ਸ਼ਹਿਰ ਚ ਰਹੇ ਆ? ਫਰੀਦਕੋਟ? ਹਾਂਜੀ ਹਾਂਜੀ ਫਰੀਦਕੋਟ ਜੀ। ਕਿੰਨਾ ਪੜ੍ਹੇ ਤੁਸੀਂ? ਸਰ ਮੈਂ +2 ਪਾਸ ਹਾਂ ਜੀ। ਓਕੇ ਫਾਈਨ। ਤੁਹਾਡੀ ਤੁਸੀਂ 19 ਸਾਲ ਦੇ ਹੋਏ ਹੋ ਹੁਣ, ਇਸ ਵੇਲੇ 19 ਸਾਲ ਦੇ, 20 ਸਾਲ ਨਹੀਂ ਹੋਏ ਤੁਹਾਨੂੰ? ਹਾਂਜੀ। ਤੁਸੀਂ ਲਵ ਮੈਰਿਜ ਕਰਾਈ ਜਾਂ ਅਰੇਂਜ ਕਰਾਈ? ਮੇਰੀ ਅਰੇਂਜ ਮੈਰਿਜ ਸੀ। ਅਰੇਂਜ ਮੈਰਿਜ। ਇੰਨੀ ਅਰਲੀ ਸ਼ਾਦੀ ਤੁਸੀਂ ਕਿਉਂ ਕਰਾਈ? ਸਰ ਐਕਚੁਅਲੀ ਮੇਰੇ ਤਾਇਆ ਤਾਈ ਜੀ ਨੇ ਮੇਰੀ ਮੈਰਿਜ ਕਰ ਦਿੱਤੀ ਸੀ ਜੀ। ਮੈਨੂੰ ਐਕਚੁਅਲੀ ਇਹ ਕਹਿ ਕੇ ਮੈਰਿਜ ਹੋਈ ਸੀ ਮੇਰੀ ਕਿ ਜਿਹੜੀ ਮੇਰੇ ਹਸਬੈਂਡ ਦੀ ਏਜ ਆ ਉਹ 23 ਸਾਲ ਆ, ਤੇ ਉਹਨਾਂ ਦਾ ਖੁਦ ਦਾ ਉਹ ਮੈਡੀਕਲ ਹਾਲ ਆ, ਉਹਨਾਂ ਦੀ ਫਾਰਮੇਸੀ ਕੀਤੀ ਹੋਈ ਆ, ਜ਼ਮੀਨ ਆਉਂਦੀ ਉਹਨਾਂ ਨੂੰ 4 ਕਿੱਲੇ। ਪਰ ਮੈਰਿਜ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਏਦਾਂ ਦਾ ਕੁਛ ਵੀ ਨਹੀਂ ਸੀਗਾ। ਅੱਛਾ, ਤੁਹਾਨੂੰ ਇਹ ਭੁਲੇਖੇ ਚ ਰੱਖਿਆ ਕਿ ਤੁਹਾਡਾ ਹਸਬੈਂਡ ਫਾਰਮਾਸਿਸਟ ਹੈ ਔਰ ਫਾਰਮੇਸੀ ਖੋਲੀ ਹੋਈ ਹੈ, 4 ਕਿੱਲੇ ਜ਼ਮੀਨ ਹੈ ਔਰ ਸੇਮ ਏਜ ਹੈ, ਪਰ ਤੁਹਾਡੇ ਹਸਬੈਂਡ ਦੀ ਏਜ ਜਿਹੜੀ ਆ ਪ੍ਰਦੀਪ ਦੀ ਕਿੰਨੀ ਏਜ ਸੀਗੀ? ਉਹ ਵੱਡੇ ਤੁਹਾਡੇ ਤੋਂ ਨਾ ਕਿੰਨੇ ਸਾਲ? ਉਹਦੀ ਏਜ ਹੀ ਹੁਣ ਇਸ ਟਾਈਮ 29 ਸਾਲ ਹੈ ਜੀ। ਮਤਲਬ 10 ਸਾਲ ਦਾ ਫਰਕ ਹੈ। ਹਾਂਜੀ। ਤੁਹਾਡੀ ਸ਼ਾਦੀ ਕਦੋਂ ਹੋਈ ਹੈ? ਕਿੰਨੇ ਸਾਲ ਪਹਿਲਾਂ? ਸਰ ਮੇਰੀ ਮੈਰਿਜ 1 ਸਾਲ ਪਹਿਲਾਂ ਹੋਈ ਸੀ ਜੀ, 27 ਜਨਵਰੀ 2021 ਚ। ਮਤਲਬ 18 ਸਾਲ ਦੇ ਸੀ ਤੁਸੀਂ ਜਦੋਂ ਹੋਈ ਹੈ? 18.5 ਸਾਲ ਦੇ। ਹਾਂਜੀ। ਕਿੰਨਾ ਸਮਾਂ ਇਕੱਠੇ ਰਹੇ ਤੁਸੀਂ? ਸਰ ਅਸੀਂ 1 ਸਾਲ ਹੀ ਇਕੱਠੇ ਰਹੇ ਹਾਂ ਜੀ। 1 ਸਾਲ ਇਕੱਠੇ ਰਹੇ ਹੋ ਤੁਸੀਂ। ਆਪਣੇ ਤੁਹਾਡੇ ਸਹੁਰੇ ਘਰ ਦੇ ਵਿੱਚ ਤੁਹਾਡੇ ਕੌਣ ਸੀਗੇ? ਤੁਹਾਡੇ ਸੱਸ ਸਹੁਰਾ? ਹਾਂਜੀ, ਮੇਰੇ ਮਦਰ ਇਨ ਲਾ, ਫਾਦਰ ਇਨ ਲਾ ਤੇ ਮੇਰੇ ਹਸਬੈਂਡ। ਸਿਸਟਰ ਇਨ ਲਾ ਦੀ ਮੇਰੀ ਦੀ ਮੈਰਿਜ ਹੋਈ ਸੀ। ਕਿਹਦੀ ਮੈਰਿਜ ਹੋ ਗਈ ਸੀ? ਤੁਹਾਡੀ ਨਨਾਣ ਦੀ? ਹਾਂਜੀ ਹਾਂਜੀ। ਤੁਹਾਡੀ ਇੱਕ ਨਨਾਣ ਸੀ? ਹਾਂਜੀ ਸਰ। ਤੁਸੀਂ 1 ਸਾਲ ਹੀ ਰਹੇ ਇਕੱਠੇ ਤੁਸੀਂ? ਹਾਂਜੀ ਸਰ। ਆਪਣੇ ਹਸਬੈਂਡ ਨੂੰ ਪੂਰਾ ਸਤਿਕਾਰ ਦਿੱਤਾ? ਤੁਹਾਡੇ ਹਸਬੈਂਡ ਨੇ ਤੁਹਾਡਾ ਬਣਦੀ ਇੱਜ਼ਤ, ਤੁਹਾਡਾ ਬਣਦਾ ਪਿਆਰ ਜੋ ਤੁਹਾਨੂੰ ਘਰ ਵਿੱਚ ਤੁਹਾਡੀ ਸੱਸ ਵੱਲੋਂ ਸਹੁਰੇ ਵੱਲੋਂ ਤੁਹਾਨੂੰ ਧੀ ਸਮਝਿਆ ਗਿਆ ਸਹੁਰੇ ਘਰ ਦੇ ਵਿੱਚ ਤੁਹਾਨੂੰ ਪੂਰਾ ਸਤਿਕਾਰ ਮਿਲਿਆ ਪੁੱਤ? ਨਹੀਂ ਸਰ, ਮੈਨੂੰ ਇਹ ਚੀਜ਼ ਸੀਗੀ ਕਿ ਮੇਰੇ ਖੁਦ ਦੇ ਮਾਂ ਪਿਓ ਦਾ ਮੈਨੂੰ ਪਿਆਰ ਨਹੀਂ ਮਿਲਿਆ। ਚਲੋ ਹਨਾ ਤਾਇਆ ਤਾਈ ਜੀ ਨੇ ਮੈਨੂੰ ਪਾਲਿਆ, ਤੇ ਬੰਦੇ ਨੂੰ ਫਿਰ ਵੀ ਆਪਦੇ ਮਾਂ ਪਿਓ ਦੀ ਜਿਹੜੀ ਕਮੀ ਹੁੰਦੀ ਹੈ ਨਾ ਉਹ ਮਹਿਸੂਸ ਹੁੰਦੀ ਆ। ਮੈਨੂੰ ਇਹ ਚੀਜ਼ ਸੀਗੀ ਕਿ ਜਦੋਂ ਮੇਰੀ ਮੈਰਿਜ ਹੋ ਰਹੀ ਆ, ਹੁਣ ਅਰੇਂਜ ਮੈਰਿਜ ਹੋ ਰਹੀ ਹੈ ਘਰਦਿਆਂ ਦੀ ਮਰਜ਼ੀ ਨਾਲ, ਤੇ ਮੈਨੂੰ ਮੇਰੇ ਸੱਸ ਸਹੁਰੇ ਦੇ ਵਿੱਚ ਮੇਰੇ ਮਾਂ ਪਿਓ ਦਾ ਪਿਆਰ ਮਿਲੂਗਾ, ਪਰ ਉਹ ਮੈਨੂੰ ਨਹੀਂ ਮਿਲਿਆਗਾ। ਐਸੀ ਕਾਰਨ ਕੀ ਹੈ? ਕਾਰਨ ਕੀ ਹੋਇਆ ਤੁਹਾਨੂੰ ਪਿਆਰ ਕਿਉਂ ਨਹੀਂ ਮਿਲਿਆ? ਤੁਹਾਡੀ ਸੱਸ ਜਿਹੜੀ ਸੀ ਉਹਨਾਂ ਦਾ ਸੁਭਾਅ ਗਰਮ ਸੀ? ਹਾਂਜੀ ਸਰ, ਉਹਨਾਂ ਦਾ ਸੁਭਾਅ ਗਰਮ ਸੀ। ਬਾਕੀ ਮਤਲਬ ਨਿੱਕੀ ਗੱਲ ਤੇ ਨੋਕ ਝੋਕ ਹੋਣਾ, ਮੈਨੂੰ ਇਸ ਚੀਜ਼ ਦਾ ਉਹਨਾਂ ਨੇ ਮੈਨੂੰ ਮੇਰੀ ਮਾਰਨੀ ਕਿ ਬਿਨਾਂ ਮਾਂ ਜੋਦੀ ਸਾਡੇ ਪੱਲੇ ਪੈ ਗਈ, ਤੇ ਮੇਰੇ ਨਾਲ ਮੈਨੂੰ ਟੌਰਚਰ ਕਰਨਾ, ਹਨਾ ਮਿਸਬਿਹੇਵ ਕਰਨਾ ਮੇਰੇ ਨਾਲ। ਟੌਰਚ ਕੀ ਕਰਦੇ ਸੀ ਤੁਹਾਨੂੰ? ਟੌਰਚਰ ਜਿਵੇਂ ਕਿ ਸਰ ਮਤਲਬ ਮੇਰੇ ਹਸਬੈਂਡ ਸੀਗੇ ਨਾ ਜਮੈਟੋ ਚ ਲੱਗੇ ਹੋਏ ਸੀਗੇ, ਜਾਂ ਜਦੋਂ ਵੀ ਨਾ ਕੋਈ ਵੀ ਨਿੱਕੀ ਜਿਹੀ ਗੱਲ ਹੋ ਜਾਣੀ ਉਹਨਾਂ ਨੂੰ ਭੜਕਾ ਦਿੰਦੇ ਸੀਗੇ। ਉਹ ਡਰਿੰਕ ਪੀਂਦੇ ਸੀਗੇ, ਉਹਨਾਂ ਦੀ ਸ਼ਰਾਬ ਪੀਂਦੀ ਸੀ, ਤੇ ਫਿਰ ਉਹ ਮੇਰੇ ਨਾਲ ਕੁੱਟਮਾਰ ਕਰਦੇ ਸੀਗੇ। ਤੇ ਜਦੋਂ ਸਰ ਮੇਰੇ ਹੁਣ ਘਰੋਂ ਵਾਪਸ ਬਾਹਰ ਆਉਣ ਦਾ ਕਾਰਨ ਹੀ ਇਹ ਸੀਗਾ ਕਿ ਮੇਰੇ ਨਾਲ ਬਹੁਤ ਬੁਰੀ ਤਰੀਕੇ ਨਾਲ ਕੁੱਟਮਾਰ ਹੋਈ ਸੀਗੀ 7 ਤਰੀਕ ਨੂੰ। ਇਸੇ ਕਾਰਨ ਮੈਂ 8 ਤਰੀਕ ਨੂੰ ਘਰੋਂ ਵਾਪਸ ਆਈ। ਤੁਸੀਂ ਪੋਇਜ਼ਨ ਵੀ ਲੈਣ ਦੀ ਕੋਸ਼ਿਸ਼ ਕੀਤੀ ਸੀ? ਹਾਂਜੀ ਸਰ। ਤੁਸੀਂ ਪੋਇਜ਼ਨ ਕੋਈ ਐਸਾ ਪਦਾਰਥ ਪੀਣ ਦੀ ਗੱਲ ਕੀਤੀ ਸੀਗੀ ਜਾਂ ਜਿਸ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਬਾਰੇ ਕੋਈ ਫੈਸਲਾ ਲੈ ਲਿਆ ਸੀ ਗਲਤ? ਨਹੀਂ ਸਰ, ਇਹੋ ਜਿਹੀ ਕੋਈ ਗੱਲ ਨਹੀਂ ਸੀ। ਐਕਚੁਅਲੀ ਸਾਡੀ ਮਈ ਤੱਕ ਸਾਡੇ ਵਿੱਚ ਨਾਰਮਲ ਨਾ ਨੋਕ ਝੋਕ ਹੁੰਦੀ ਰਹੀ ਸੀਗੀ। 1-2 ਵਾਰ ਮੇਰੇ ਹਸਬੈਂਡ ਨੇ ਮੇਰੇ ਹੱਥ ਵੀ ਚੱਕਿਆ ਸੀਗਾ, ਤੇ ਉਸ ਤੋਂ ਬਾਅਦ ਮਈ 25 ਨੂੰ ਸਾਡੇ ਵਿੱਚ ਥੋੜੀ ਲੜਾਈ ਹੋ ਗਈ ਸੀਗੀ। ਤੇ ਉਸ ਲੜਾਈ ਦਾ ਮੇਨ ਕਾਰਨ ਕੋਈ ਨਹੀਂ ਸੀਗਾ, ਕਿਉਂਕਿ ਮੇਰੇ ਫੈਮਿਲੀ ਸੀਗੇ, ਮੇਰੇ ਨਾ ਸੱਸ ਸੀ, ਮੇਰਾ ਘਰ ਵਾਲਾ ਸੀ, ਮੈਨੂੰ ਕਹਿ ਰਹੇ ਸੀਗੇ ਕਿ
ਤੂੰ ਆਪਣੇ ਤਾਇਆ ਤਾਈ ਤੋਂ ਬਾਹਰ ਜਾਣ ਲਈ ਪੈਸੇ ਲੈ, ਕਿਉਂਕਿ ਅਸੀਂ ਇੰਨੀ ਕਾਬਲ ਨਹੀਂ ਜੇ ਵੀ ਤੇਰੇ ਬਾਹਰ ਜਾਣ ਦਾ ਖਰਚਾ ਲੈ ਸਕੀਏ, ਜਾਂ ਤੈਨੂੰ ਬਾਹਰ ਨਹੀਂ ਭੇਜਾਂਗੇ। ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਮੇਰੇ ਜਿਹੜੇ ਤਾਇਆ ਤਾਈ ਜੀ ਨੇ ਤੇ ਉਹਨਾਂ ਨੇ ਮੇਰਾ ਵਿਆਹ ਕਰਤਾ ਹਨਾ, ਇੰਨਾ ਹੀ ਬਹੁਤ ਆ ਵੀ ਮੈਂ ਆਪਦੇ ਤਾਇਆ ਤਾਈ ਜੀ ਤੇ ਹੋਰ ਬੋਝ ਨਹੀਂ ਬਣ ਸਕਦੀ ਸੀ। ਉਹਨਾਂ ਨੇ ਇੱਕ ਮੇਰੇ ਮਾਂ ਪਿਓ ਦੀ ਬੇਟੀ ਨੂੰ ਉਹਨਾਂ ਪਾਲਤਾ ਪੜ੍ਹਾਤਾ, ਉਹਨਾਂ ਨੇ ਮੇਰੀ ਮੈਰਿਜ ਕਰਤੀ, ਕਿ ਮੇਰੇ ਤੁਸੀਂ ਉਹਨਾਂ ਨੇ ਕਰਤਾ। ਸੋ ਤੁਹਾਡੇ ਤਾਈ ਤਾਇਆ ਜਿਹੜੇ ਆ ਉਹਨਾਂ ਨੇ ਤੁਹਾਨੂੰ ਪੜ੍ਹਾਇਆ ਲਿਖਾਇਆ, ਤੁਹਾਡਾ ਵਿਆਹ ਕੀਤਾ, ਵਿਆਹ ਤੇ ਖਰਚਾ ਕੀਤਾ, ਔਰ ਤੁਸੀਂ ਜਦੋਂ ਤਾਏ ਤਾਈ ਦੇ ਕੋਲ ਹੁੰਦੇ ਸੀਗੇ ਆਪਣੀ ਤਾਈ ਦੀ ਹੈਲਪ ਰਸੋਈ ਵਿੱਚ ਕਰਦੇ ਸੀ, ਘਰ ਦੇ ਵਿੱਚ ਪੋਚਾ ਵਗੈਰਾ, ਘਰ ਦੀ ਸਫਾਈ ਵਗੈਰਾ, ਵਾਸ਼ਰੂਮ ਸਾਫ਼ ਕਰਨੇ, ਕੱਪੜੇ ਧੋਣੇ? ਹਾਂਜੀ ਹਾਂਜੀ ਬਿਲਕੁਲ ਸਰ, ਮੈਂ ਸਾਰੇ ਕੰਮ ਕਰਦੀ ਸੀ ਘਰ ਦੀ। ਮੈਂ ਬਹੁਤ ਛੋਟੀ ਸੀ, ਆਈ ਥਿੰਕ ਮੈਂ 2nd 3rd ਕਲਾਸ ਚ ਸੀਗੀ ਜਦੋਂ ਮੈਂ ਸਾਰੇ ਘਰ ਦੇ ਕੰਮ ਸਟਾਰਟ ਕਰਦੀ ਸੀਗੀ। ਆਪਣੇ ਸਹੁਰੇ ਪਿੰਡ ਜਾ ਕੇ ਤੂੰ ਕੀਤਾ ਕੰਮ ਕਰਦਾ? ਹਾਂਜੀ ਸਰ, ਮੈਂ ਆਪਣੇ ਤੱਕ ਮੇਰੀ ਜਿਹੜੇ ਮਦਰ ਇਨ ਲਾਅ ਸੀ, ਫਾਦਰ ਇਨ ਲਾਅ ਸੀ, ਸਾਰਿਆਂ ਨੂੰ ਨਾ ਬੈਠ ਕੇ ਬੱਚਿਆਂ ਨੂੰ ਰੋਟੀ ਖੜਾਈ ਆ। ਮਤਲਬ ਪਾਣੀ ਦਾ ਗਲਾਸ ਲੈਣ ਲਈ ਉਹਨਾਂ ਨੂੰ ਉੱਠਣਾ ਨਹੀਂ ਪੈਂਦਾ ਸੀਗਾ। ਤੁਹਾਡੀ ਪ੍ਰੋਬਲਮ ਕੀ ਆਈ ਹੈ ਕਿ ਤੁਸੀਂ ਫਿਰ ਤੁਹਾਡੇ ਹਸਬੈਂਡ ਤੁਸੀਂ ਘਰੋਂ ਦੱਸੇ ਤੋਂ ਬਗੈਰ ਕਿਉਂ ਚਲੇ ਗਏ? ਸਰ ਐਕਚੁਅਲੀ ਮੇਰੇ ਨਾਲ ਬਹੁਤ ਹੀ ਬੁਰੀ ਤਰੀਕੇ ਨਾਲ ਮੈਂ ਕੁੱਟਮਾਰ ਹੁੰਦੀ ਸੀਗੀ, ਤੇ 6 ਤਰੀਕ ਨੂੰ ਮੇਰੇ ਹਸਬੈਂਡ ਦਾ ਐਕਚੁਅਲੀ ਉਹ ਡਰਿੰਕ ਕਰਦੇ ਸੀਗੇ, ਮੇਰੀ ਮਦਰ ਇਨ ਲਾਅ ਹਨਾ ਉਹਨਾਂ ਨੂੰ ਭੜਕਾ ਦਿੰਦੇ ਸੀਗੇ, ਤੇ ਉਹਨਾਂ ਗੱਲਾਂ ਕਾਰਨ ਸੀਗਾ ਉਹ ਮੇਰੇ ਤੇ ਹੱਥ ਚੱਕਦੇ ਸੀਗੇ, ਮੈਨੂੰ ਕੁੱਟਦੇ ਮਾਰਦੇ ਸੀਗੇ। 6 ਤਰੀਕ ਨੂੰ ਮੇਰੇ ਨਾਲ ਪਹਿਲਾਂ ਉਹਨਾਂ ਨੇ ਜ਼ਬਰਦਸਤੀ ਕੀਤੀ, ਮੇਰਾ ਗਲਾ ਵਗੈਰਾ ਕੁੱਟਿਆ ਉਹਨਾਂ ਨੇ, ਤੇ ਫਿਰ ਮੈਨੂੰ ਉਹਨਾਂ ਨੇ ਰੂਮ ਚ ਲੌਕ ਕਰ ਦਿੱਤਾ। ਮੇਰਾ ਫੋਨ ਖੋਲ ਲੈਂਦੇ ਸੀਗੇ ਕਿ ਮੈਂ ਕਿਸੇ ਨੂੰ ਆਪਣੀ ਹੈਲਪ ਲਈ ਫੋਨ ਨਾ ਕਰ ਪਾਵਾਂ। ਤੇ 7 ਤਰੀਕ ਨੂੰ ਫਿਰ ਮੈਂ ਸੁਬਾਹ ਆਪਦੇ ਤਾਇਆ ਤਾਈ ਜੀ ਉਹਨਾਂ ਨੂੰ, ਆਪਦੀ ਤਾਇਆ ਜੀ ਦੀ ਬੇਟੀ ਨੂੰ ਫੋਨ ਕੀਤਾ। ਉਹਨਾਂ ਨੇ ਕਿਹਾ ਕਿ ਮੈਨੂੰ ਤੁਹਾਡੀ ਹੈਲਪ ਦੀ ਜ਼ਰੂਰਤ ਆ, ਵੀ ਪਲੀਜ਼ ਮੇਰਾ 8 ਤਰੀਕ ਨੂੰ ਪੇਪਰ ਆ, ਮੇਰਾ ਆਈਲੈਟਸ ਦਾ ਪੇਪਰ ਕਲੀਅਰ ਕਰਵਾ ਦਿਓ ਇੱਕ ਵਾਰ, ਉਸ ਤੋਂ ਬਾਅਦ ਵੀ ਮੇਰੇ ਨੰਬਰ ਆ ਜਾਣਗੇ। ਵੀ ਇਸ ਤਰ੍ਹਾਂ ਦੇ ਟੈਨਸ਼ਨ ਦੇ ਲੜਾਈ ਦੇ ਮਾਹੌਲ ਚ ਮੇਰੇ ਤੋਂ ਪੜ੍ਹਿਆ ਨਹੀਂ ਜਾ ਰਿਹਾ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਸਾਡੇ ਹੱਥ ਕਰੇ ਆ, ਅਸੀਂ ਤੇਰੇ ਵਾਸਤੇ ਕੁਛ ਨਹੀਂ ਕਰ ਸਕਦੇ ਗੇ, ਵੀ ਤੇਰੇ ਨਾਲ ਜੋ ਵੀ ਹੋ ਰਿਹਾ ਹੁਣ ਇਹ ਸਿਚੁਏਸ਼ਨ ਨੂੰ ਤੈਨੂੰ ਆਪ ਹੀ ਹੈਂਡਲ ਕਰਨਾ ਪੈਣਾ ਹੈ। ਤੇ ਫਿਰ ਮੈਂ ਉਸ ਤੋਂ ਬਾਅਦ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹੈ ਨਾ, ਮੈਂ ਆਪਣੀ ਸਟੱਡੀ ਵਗੈਰਾ ਫੋਕਸ ਕੀਤਾ। ਰਾਤ ਨੂੰ ਮੇਰਾ ਹਸਬੈਂਡ ਫਿਰ ਡਰਿੰਕ ਕਰਕੇ ਆਇਆ, ਠੀਕ ਆ, ਉਹਨਾਂ ਨੇ ਪਹਿਲਾਂ ਤਾਂ ਬੁਰੀ ਤਰੀਕੇ ਨਾਲ ਪੌੜੀਆਂ ਤੋਂ ਕੁਝ ਹਿੱਸਾ, ਫਿਰ ਮੈਨੂੰ ਮੇਰੀ ਸੱਸ ਤੇ ਮੇਰੇ ਘਰ ਵਾਲੇ ਨੇ ਅੰਦਰ ਰੂਮ ਦੇ ਵਿੱਚ ਲੌਕ ਕਰਕੇ ਚੱਪਲਾਂ ਨਾਲ ਮੇਰੀ ਕੁੱਟਮਾਰ ਕੀਤੀ। ਓਹ ਕਮ ਔਨ ਬੇਬੀ, ਹੋਲਡ ਔਨ, ਤੁਹਾਡੀ ਸੱਸ ਨੇ ਤੁਹਾਨੂੰ ਅੰਦਰ ਬਾੜ ਕੇ ਚੱਪਲਾਂ ਨਾਲ ਕੁੱਟਿਆ? ਹਾਂਜੀ ਹਾਂਜੀ। ਸੱਸ ਨੇ ਜਾਂ ਤੁਹਾਡੇ ਘਰ ਵਾਲੇ ਨੇ? ਸਰ ਮੇਰੀ ਸੱਸ ਤੇ ਮੇਰੇ ਘਰ ਵਾਲੇ ਨੇ, ਦੋਨਾਂ ਨੇ। ਤੁਹਾਡੀ ਸੱਸ ਦਾ ਨਾਂ ਕੀ ਹੈ? ਜਸਵਿੰਦਰ ਕੌਰ ਜੀ। ਇਹਨਾਂ ਦਾ ਪਿੰਡ ਕਿਹੜਾ? ਤੁਹਾਡੇ ਸਹੁਰਾ ਪਿੰਡ ਕਿਹੜਾ ਹੈ? ਸਾਡਾ ਹੀ ਮੁਕਤਸਰ ਸਾਹਿਬ। ਤੁਸੀਂ ਘਰ ਦੇ ਵਿੱਚ ਉਹਨਾਂ ਦਾ ਰਸੋਈ ਵਿੱਚ ਕੋਈ ਸਾਥ ਨਹੀਂ ਦਿੰਦੇ ਸੀਗੇ, ਉਹ ਐਲੀਗੇਸ਼ਨ ਲਾ ਰਹੇ ਸੀਗੇ, ਔਰ ਤੁਹਾਡੀ ਸੱਸ ਜਿਹੜੀ ਆ ਕੁਝ ਸਮੇਂ ਲਈ ਤੁਹਾਡੀ ਨਨਾਣ ਕੋ ਰਹੀ ਆ, ਔਰ ਉਹਨਾਂ ਨੇ ਅੱਖਾਂ ਖਰਾਬ ਸੀ, ਅੱਖਾਂ ਬਣਾਈਆਂ ਬਿਕੋਜ਼ ਆਫ ਤੁਹਾਡਾ ਬਿਹੇਵੀਅਰ ਠੀਕ ਨਹੀਂ ਸੀਗਾ। ਉਹਨਾਂ ਨੇ ਦੋਸ਼ ਲਾਏ ਤੁਹਾਡੇ ਤੇ, ਔਰ ਤੁਸੀਂ ਆਪਣੇ ਸਹੁਰਾ ਤੁਹਾਡਾ ਬਿਮਾਰ ਸੀ, ਸਹੁਰਾ ਬਾਹਰੋਂ ਖਾਣਾ ਵੀ ਲਿਆਉਂਦਾ ਸੀਗਾ, ਉਹ ਵੀ ਚੁੱਕ ਕੇ ਬਾਹਰ ਸਿੱਟ ਦਿੰਦੇ ਸੀਗੇ। ਦਿਸ ਸੇਮ ਸਟੋਰੀ ਰਾਈਟ? ਸਰ ਇਹ ਸਿਰਫ ਐਲੀਗੇਸ਼ਨਸ ਨਹੀਂ, ਇਸੇ ਕਾਰਨ ਮੈਂ ਆਪਣੀ ਸਾਈਡ ਰੱਖਣਾ ਚਾਹੁੰਦੀ ਸੀ। ਐਕਚੁਅਲੀ ਮੈਂ ਇਹ ਸਭ ਗੱਲ ਨਾ ਮੰਨਦੀ ਹਾਂ ਕਿ ਹਾਂ ਮੇਰੀ ਸੱਸ ਮੇਰੇ ਨਨਾਣ ਕੋਲ ਰਹਿ ਕੇ ਆਈ ਆ, ਤੇ ਉਹ ਸਿਰਫ ਇਸ ਕਰਕੇ ਕਿਉਂਕਿ ਘਰ ਦੇ ਵਿੱਚ ਜਿਸ ਹਿਸਾਬ ਨਾਲ ਲੜਾਈ ਦਾ ਮਾਹੌਲ ਸੀ ਹਨਾ, ਮੇਰੇ ਹਸਬੈਂਡ ਨੇ ਉਹਨਾਂ ਨੂੰ ਕਿਹਾ ਸੀ ਆਪਣੀ ਮਦਰ ਨੂੰ ਕਿ ਤੁਸੀਂ ਪਲੀਜ਼ ਵੀ ਘਰ ਦੇ ਵਿੱਚ ਲੜਾਈ ਦਾ ਮਾਹੌਲ ਆ, ਵੀ ਆਪਣੀ ਮਈ ਦੇ ਵਿੱਚ ਹੀ ਪਹਿਲਾਂ ਡਿਵੋਰਸ ਦਾ ਗੱਲ ਪਹੁੰਚ ਚੁੱਕੀ ਆ, ਤੇ ਤੁਸੀਂ ਪਲੀਜ਼ ਵੀ ਆਪਦਾ ਲੜਾਈ ਤੋਂ ਟਾਲ ਜਾਓ ਕੁਛ ਟਾਈਮ ਲਈ, ਕਿਉਂਕਿ ਉਹਨਾਂ ਨੂੰ ਪਤਾ ਸੀ ਉਹਨਾਂ ਦੀ ਮਦਰ ਦਾ ਬਿਹੇਵੀਅਰ ਦਾ। ਮੰਮੀ ਦਾ ਇਹ ਕਲਾਸ ਦੇ ਵਿੱਚ ਬੜੀ ਬੋਲਣ ਲੱਗ ਜਾਂਦੀ ਹੁੰਦੀ ਸੀ ਵੀ ਨਿੱਕੀ ਨਿੱਕੀ ਗੱਲ ਤੋਂ ਏਦਾਂ ਕਰਦੇ ਆ। ਇਵਨ ਤੱਕ ਸਰ ਜਦੋਂ ਮਤਲਬ ਮੈਰਿਜ ਨਹੀਂ ਸਾਡੀ ਨੂੰ 1.5-2 ਮਹੀਨਾ ਹੋਇਆ ਸੀਗਾ, ਅਸੀਂ ਬੈੱਡ ਤੇ ਇੱਕ ਵਾਰ ਬੈਠ ਕੇ ਗੱਲਾਂ ਮਾਰ ਰਹੀ ਸੀ, ਤੇ ਮੇਰੀ ਮਦਰ ਇਨ ਲਾਅ ਸਾਨੂੰ ਦੇਖ ਕੇ ਇਹ ਗੱਲ ਕਹਿੰਦੇ ਆ ਕਿ ਜਦੋਂ ਤੁਸੀਂ ਦੋਨੋਂ ਬੈਠੇ ਹੋ ਹੱਸਦੇ ਹੋ, ਮੈਨੂੰ ਤੁਹਾਨੂੰ ਦੇਖ ਕੇ ਮੇਰਾ ਕਾਲਜਾ ਮੱਚ ਜਾਂਦਾ ਹੈ। ਕਿਵੇਂ ਤੁਹਾਡੀ ਮਦਰ ਇਨ ਲਾਅ ਕਹਿੰਦੀ ਹੈ ਜੇ ਤੁਸੀਂ ਦੋਨੋਂ ਜਣੇ ਹਸਬੈਂਡ ਵਾਈਫ ਬੈਠ ਕੇ ਗੱਲਾਂ ਕਰਦੇ ਹੋ, ਬੈੱਡ ਤੇ ਹੱਸਦੇ ਹੋ, ਖੇਡਦੇ ਹੋ, ਤੇ ਮੇਰਾ ਕਾਲਜਾ ਮੱਚਦਾ ਹੈ ਤੁਹਾਨੂੰ ਦੇਖ ਕੇ ਹੱਸਦਿਆਂ ਨੂੰ? ਇਹ ਕਿਵੇਂ ਮੈਂ ਨਵਜੋਤ ਬਿਲੀਵ ਕਰ ਸਕਦਾ? ਕਿਹੜੀ ਐਸੀ ਮਾਂ ਡੈਣ ਹੋ ਸਕਦੀ ਹੈ ਕਿ ਜਿਹੜੀ ਆਪਣੇ ਨੌ ਪੁੱਤ ਨੂੰ ਹੱਸਦੇ ਨੂੰ ਨਹੀਂ ਵੇਖਣਾ ਚਾਹੁੰਦੀ? ਆਈ ਡੋਨਟ ਬਿਲੀਵ ਦੈਟ। ਮੈਂ ਇਸ ਪਾਰਟ ਨੂੰ ਬਿਲੀਵ ਨਹੀਂ ਕਰਦਾ। ਡੋਨਟ ਟੈਲ ਮੀ ਦੈਟ। ਹਾਂਜੀ ਸਰ, ਮੈਂ ਖੁਦ ਸ਼ੌਕ ਦੀ ਸੀਗੀ ਇਸ ਚੀਜ਼ ਤੋਂ ਬਾਅਦ, ਕਿਉਂਕਿ ਜਿੱਦਾਂ ਦਾ ਮੇਰੇ ਹਨਾ ਵੀ ਸਟਾਰਟਿੰਗ ਤੋਂ ਮੈਂ ਹੋ ਸਕਦਾ ਮੰਨਣ ਨੂੰ ਤਿਆਰ ਹਾਂ, ਪਰ ਮੈਂ ਮੰਨਣ ਨੂੰ ਤਿਆਰ ਨਹੀਂ ਹੈ ਕਿ ਤੁਹਾਡੀ ਸੱਸ ਕਹਿੰਦੀ ਆ ਕਿ ਜੇ ਤੁਸੀਂ ਹੱਸਦੇ ਖੇਡਦੇ ਤੇ ਮੇਰਾ ਕਾਲਜਾ ਮੱਚਦਾ ਆ, ਮੈਂ ਦੇਖ ਨਹੀਂ ਸਕਦੀ। ਆ ਤਾਂ ਉਲਟੀ ਗੱਲ ਤੂੰ ਕਹਿ ਜ਼ਿੰਦਗੀ ਵਿੱਚ। ਮਾੜੀ ਤੋਂ ਮਾੜੀ ਵੀ ਸੱਸ ਜਾਂ ਮਾਂ ਬੱਚੇ ਦੀ ਉਹ ਕਦੇ ਵੀ ਨਹੀਂ ਇਸ ਤਰ੍ਹਾਂ ਕਹਿੰਦੀ।
ਇਹ ਤੂੰ ਕਿੱਥੋਂ ਗੱਲਾਂ ਬਣਾ ਰਹੀ ਹੈ ਆਪਣੇ ਆਪ? ਵਾਈ ਯੂ ਮੇਕਿੰਗ ਥਿੰਗਸ? ਡੋਂਟ ਮੇਕ ਅਪ ਦੋਸ ਥਿੰਗਸ ਪਲੀਜ਼। ਨਹੀਂ ਸਰ, ਇਦਾਂ ਦੀ ਕੋਈ ਗੱਲ ਨਹੀਂ ਜੀ, ਮੈਂ ਕੋਈ ਗੱਲ ਬਣਾ ਨਹੀਂ ਰਹੀ ਸਰ। ਜੋ ਮੇਰੀ ਸਾਈਡ ਆ ਹਨਾ, ਜੋ ਵੀ ਗੱਲ ਆ ਸਰ ਮੈਂ ਤੁਹਾਨੂੰ ਸੱਚ ਦੱਸਦੀ ਆ। ਤੁਸੀਂ ਆਪਣੇ ਹਸਬੈਂਡ ਤੇ ਆਪਣੇ ਪਤੀ ਪਰਮੇਸ਼ਰ ਦਾ ਜਿਹੜਾ ਤੁਹਾਡਾ ਸਰੀਰਕ ਸੰਬੰਧ ਤੁਸੀਂ ਬਣਾਏ ਸੀਗੇ? ਤੁਸੀਂ ਬੱਚਾ ਲਿਆ ਕੋਈ? ਪਰ ਨਾਰਮਲ ਸੀ ਜਿੱਦਾਂ ਹਸਬੈਂਡ ਵਾਈਫ ਦੇ ਵਿੱਚ ਹੁੰਦੇ ਆ। ਨਹੀਂ, ਤੁਸੀਂ ਬੱਚਾ ਤਾਂ ਨਹੀਂ ਲਿਆ ਕੋਈ ਸਾਲ 'ਚ? ਨਹੀਂ ਸਰ। ਓਕੇ, ਸੋ ਤੁਹਾਨੂੰ ਹੋਰ ਪਰੇਸ਼ਾਨ ਕੀ ਸੀ? ਸੱਸ ਤੋਂ ਸੱਸ ਸੰਦ ਕੁੱਟਦੀ ਸੀ, ਤੁਸੀਂ ਫਿਰ ਪੁਲਿਸ ਸਟੇਸ਼ਨ ਤੁਹਾਡੀ ਰਿਪੋਰਟ ਗਈ ਆ, ਗਹਿਣੇ ਵਗੈਰਾ ਤੁਸੀਂ ਲੈ ਕੇ ਆਏ ਹੋ, ਔਰ ਗਹਿਣੇ ਜਿਹੜੇ ਤੁਸੀਂ ਆ ਉਹ ਸਾਰੇ ਆਪਣੇ ਤਾਈ ਜੀ ਨੂੰ ਦਿੱਤੇ ਆ, ਇਹ ਟਰੂ ਹੈ? ਹਾਂਜੀ ਸਰ, ਮੇਰੇ ਸਾਰੇ ਗਹਿਣੇ ਮੇਰੇ ਤਾਇਆ ਤਾਈ ਜੀ ਕੋਲ ਪਏ ਨੇ, ਤੇ ਇਸ ਗੱਲ ਦਾ ਮੇਰੇ ਹਸਬੈਂਡ ਨੂੰ ਵੀ ਪਤਾ ਸੀਗਾ ਕਿ ਮੇਰੇ ਜਿਹੜੇ ਗਹਿਣੇ ਆ ਤਾਇਆ ਤਾਈ ਜੀ ਕੋਲ। ਬਿਲਕੁਲ ਸੱਚ ਹੈ, ਇਹ ਤੁਸੀਂ ਬਿਲਕੁਲ ਸੱਚ ਬੋਲ ਰਹੇ ਹੋ ਕਿ ਗਹਿਣੇ ਜਿਹੜੇ ਆ ਤੁਸੀਂ ਤਾਇਆ ਤਾਈ ਦੇ ਕੋਲ ਪਏ ਆ, ਇਹ ਟਰੂ ਹੈ। ਤੇ ਜਿਹੜੇ ਲੈ ਕੇ ਗਏ ਔਰ ਉਹਨਾਂ ਨੇ ਵੀ ਕਲੇਮ ਕੀਤਾ ਆ ਕਿ ਗਹਿਣੇ ਜਿਹੜੇ ਆ ਸਾਡੇ ਕੋਲ ਪਏ ਸੀ, ਉਹਨਾਂ ਚ ਕਹਿੰਦੇ ਨੇ ਜਿੰਨੇ ਚ ਕੁੜੀ ਸਾਡੇ ਕੋਲ ਨਹੀਂ ਆਉਂਦੀ ਉਹਨਾਂ ਚ ਪ੍ਰਦੀਪ ਤੈਨੂੰ ਗਹਿਣੇ ਨਹੀਂ ਦੇਵਾਂਗੇ, ਜਦੋਂ ਆ ਗਈ ਤਾਂ ਉਦੋਂ ਅਸੀਂ ਤੁਹਾਡੇ ਜਿਹੜੇ ਪਾਏ ਹੋਏ ਗਹਿਣੇ ਆ ਨਵਜੋਤ ਨੂੰ ਉਹ ਅਸੀਂ ਉਹਨੂੰ ਵਾਪਸ ਕਰ ਦੇਵਾਂਗੇ। ਇਹ ਆਲਰੇਡੀ ਸਾਡੇ ਪਾਸ ਰਿਕਾਰਡਡ ਆ। ਮੇਰੇ ਪੁੱਛੇ ਤੋਂ ਬਗੈਰ ਉਹਨਾਂ ਨੂੰ ਕਹਿਤਾ ਸੀ ਕਿ ਅਸੀਂ ਨਹੀਂ ਚਾਹੁੰਦੇ ਕੱਲ ਨੂੰ ਸਾਡੇ ਤੇ ਆਣ ਕੇ ਉਹ ਐਲੀਗੇਸ਼ਨ ਆਵੇ ਕਿ ਤੁਸੀਂ ਮੈਨੂੰ ਪੁੱਛੇ ਤੋਂ ਬਗੈਰ ਗਹਿਣੇ ਕਿਉਂ ਦਿੱਤੇ, ਕਿਉਂਕਿ ਮੇਰੇ ਗਹਿਣੇ ਆ, ਕੋਈ ਮੇਰੀ ਸ਼ਾਦੀ ਹੋਈ ਆ, ਤੁਹਾਡਾ ਡਿਵੋਰਸ ਨਹੀਂ ਹੋਇਆ। ਤੁਸੀਂ ਡਿਵੋਰਸ ਫਾਈਲ ਕੀਤਾ ਹੈ ਆਪਣਾ? ਹਾਂਜੀ ਸਰ, ਮੇਰਾ ਡਿਵੋਰਸ ਫਾਈਲ ਹੋਇਆ ਜੀ। ਤੁਸੀਂ ਨਾ ਆਪਣੇ ਜਿਹਨੇ ਤੁਹਾਨੂੰ ਪਾਲਿਆ, ਇੰਨੀ ਉਮਰ ਕਿੰਨੀ 18 ਸਾਲ ਜ਼ਿੰਦਗੀ ਦੇ, ਜਿਸ ਬੱਚੇ ਦਾ ਦੇਖਿਆ ਜਾਵੇ ਕਿ ਡਾਈਪਰ ਲਾਇਆ ਹੋਵੇ, ਉਹਨੂੰ ਵੱਡਾ ਕੀਤਾ ਹੋਵੇ, 1.5-2 ਸਾਲ ਬੱਚੇ ਨੂੰ ਰੋਟੀ ਖਾਈ ਹੋਵੇ, ਕੱਪੜੇ ਧੋਤੇ ਹੋਣ, ਸਿਲਾਏ ਹੋਣ, ਹਾਂਜੀ ਹਰ ਕੁਛ ਦਿੱਤੀ ਹੋਵੇ ਜ਼ਿੰਦਗੀ ਦੇ ਵਿੱਚ, ਔਰ ਤੁਹਾਨੂੰ 12 ਉਹਨਾਂ ਨੇ ਕਰਾਇਆ, ਤੁਹਾਡਾ ਵਿਆਹ ਕੀਤਾ, ਵਿਆਹ ਤੇ ਟੁੰਬਾਂ ਪਾਈਆਂ, ਤੁਹਾਨੂੰ ਹਰ ਕੁਛ ਦਿੱਤੀ, ਤੁਹਾਨੂੰ ਸਹੁਰੇ ਘਰ ਭੇਜਿਆ, ਔਰ ਤੁਸੀਂ ਤੁਹਾਡੀ ਆਪਸ ਵਿੱਚ ਬਣੀ ਨਹੀਂ, ਤੁਹਾਡੀ ਪ੍ਰੋਬਲਮ ਖੜੀ ਰਹੀ, ਤੇ ਉਸ ਤੋਂ ਬਾਅਦ ਤੁਸੀਂ ਆ ਟਰਬਲ ਜਿਹੜੀ ਆ ਕੀਤੀ ਆ, ਉਹ ਐਲੀਗੇਸ਼ਨ ਲਾਏ ਨੇ, ਤੁਸੀਂ ਲਾ ਰਹੇ ਹੋ। ਤੁਸੀਂ ਘਰ ਯੂ ਨੋ ਦੈਟ ਤੁਹਾਡਾ ਡੈਡੀ ਨਹੀਂ ਜੀ, ਤੁਹਾਡਾ ਡੈਡੀ ਜਿੰਦਾ ਆ? ਹਾਂਜੀ ਸਰ। ਓਕੇ, ਤੁਸੀਂ ਆਪ ਡੈਡੀ ਨੂੰ ਕਦੇ ਮਿਲੇ ਹੋ? ਸਰ ਉਹ ਬਹੁਤ ਘੱਟ ਆਉਂਦੇ ਸੀਗੇ, ਈਵਨ ਤੱਕ ਉਹ ਮੈਰਿਜ ਤੇ ਵੀ ਨਹੀਂ ਆਏ ਸੀਗੇ। ਅੱਛਾ, ਉਹ ਤੁਹਾਡੀ ਮੈਰਿਜ ਤੇ ਨਹੀਂ ਆਏ ਡੈਡੀ ਤੁਹਾਡੇ? ਹਾਂਜੀ ਸਰ। ਉਹ ਨਾਰਮਲ ਹੈ ਜਾਂ ਅਬਨੋਰਮਲ ਆ? ਸਰ ਮੇਬੀ ਅਬਨੋਰਮਲ ਨਹੀਂ, ਕਿਉਂਕਿ ਉਹ ਥੋੜਾ ਟੈਨਸ਼ਨ ਲੈਂਦੇ ਆ। ਉਹਨਾਂ ਨੂੰ ਰੋਟੀ ਪਾਣੀ ਕੌਣ ਖਿਲਾਉਂਦਾ? ਸਰ ਨਾ ਪਿੰਡ ਰਹਿੰਦੇ ਨੇ ਤਾਇਆ ਤਾਈ ਜੀ ਕੋਲ, ਪਿੰਡ ਵਾਲੇ ਹੀ। ਤੁਸੀਂ ਕਿੰਨਾ ਚਿਰ ਹੋ ਗਿਆ ਆਪਣੇ ਤਾਈ ਨੂੰ ਮਿਲਣ ਗਏ? ਵਾਪਸ ਜਦੋਂ ਤੁਸੀਂ ਘਰੋਂ ਚਲੇ ਗਏ, ਆਪਣੇ ਸਹੁਰੇ ਘਰੋਂ ਜਦ ਗਏ ਆ, ਤੇ ਤੁਸੀਂ ਤਾਈ ਨੂੰ ਫੋਨ ਕੀਤਾ ਮੁੜ ਕੇ ਕਦੇ? ਹਾਂਜੀ ਸਰ, ਮੈਂ ਤਾਇਆ ਤਾਈ ਜੀ ਨੂੰ ਤੇ ਮੇਰੇ ਹਸਬੈਂਡ ਨੂੰ ਦੋਨਾਂ ਨੂੰ ਇੱਕੇ ਵਾਰ ਫੋਨ ਕੀਤਾ ਸੀ, ਤੇ ਉਹਨਾਂ ਨੂੰ ਮੈਂ ਫੋਨ ਕਰਕੇ ਦੋਨਾਂ ਨੂੰ ਇਹ ਗੱਲ ਕਹੀ ਸੀ, ਕਿਉਂਕਿ ਮੇਰੇ ਹਸਬੈਂਡ ਮੈਨੂੰ ਇਹ ਗੱਲ ਕਹਿ ਰਹੇ ਸੀ ਕਿ ਤੇਰੀ ਮੈਂ ਲੱਤ ਬਾਂਹ ਤੋੜਤੀ ਜੱਜ ਦੇ ਸਾਹਮਣੇ, ਤੇ ਤੈਨੂੰ ਘਰੇ ਬਿਠਾਊਂਗਾ, ਕਿਉਂਕਿ ਤੂੰ ਤੇਰੇ ਤੋਂ ਜਿਹੜੀਆਂ ਜਨਾਨੀਆਂ ਹੁੰਦੀਆਂ ਜੁੱਤੀ ਦੇ ਰੱਖੀਆਂ ਜਾਂਦੀਆਂ, ਮੈਂ ਤੈਨੂੰ ਕੁੱਟੂ ਮਾਰੂੰਗਾ, ਤੇ ਤੈਨੂੰ ਕਿਸ ਤਰ੍ਹਾਂ ਨਾਲ ਰਹਿਣਾ ਪਊਗਾ। ਤੇ ਇਹ ਗੱਲਾਂ ਫਿਰ ਮੈਂ ਅੱਗੇ ਤਾਇਆ ਤਾਈ ਜੀ ਨੂੰ। ਤਾਂ ਆਪਾਂ ਤੁਸੀਂ ਘਰੋਂ ਗਿਆ ਆਪਣੇ ਜਦ ਤੱਕ ਵਿਆਹ ਕਰਦਾ ਬੇਟਾ, ਤੂੰ ਜਿੰਨਾ ਮਰਜ਼ੀ ਕੁਛ ਵੀ ਹੋਵੇ, ਔਰ ਸੱਸ ਤੁਹਾਡੀ ਚਲੇ ਗਈ ਆ ਇਸ ਦੁੱਖੋਂ ਆਪਣੀ ਕੁੜੀ ਦੇ ਕੋਲ, ਤੁਸੀਂ ਫਿਰ ਵੀ ਆਪਣੇ ਸਹੁਰੇ ਨੂੰ ਰੋਟੀ ਨਹੀਂ ਪਕਾ ਕੇ ਦਿੰਦੇ। ਇਹ ਤੁਹਾਡੇ ਘਰ ਵਾਲੇ ਨੇ ਕਿਹਾ, ਘਰ ਵਾਲੇ ਨੂੰ ਨਹੀਂ ਦਿੰਦੇ, ਸਾਰੇ ਦਿਨ ਟੈਲੀਫੋਨ ਤੇ ਲੱਗੇ ਰਹਿੰਦੇ ਸੀਗੇ, ਘਰ ਦਾ ਤੁਸੀਂ ਕੰਮ ਨਹੀਂ ਸੀ ਕਰਦੇ, ਕੋਈ ਕੰਮ ਨਹੀਂ ਸੀ ਤੁਹਾਨੂੰ ਕਰਨ ਨੂੰ, ਹਾਂਜੀ, ਔਰ ਤੁਸੀਂ ਫਿਰ ਦੱਸਣ ਤੋਂ ਬਗੈਰ ਘਰੋਂ ਚਲ ਗਏ। ਤਾਂ ਆਦਮੀ ਕਿਵੇਂ ਟੋਲਰੇਟ ਕਰ ਸਕਦਾ? ਜ਼ੀਰੋ ਟੋਲਰੈਂਸ ਆ ਇੱਕ ਔਰਤ ਬਦਲੇ, ਕਿ ਤੁਸੀਂ ਦੱਸਿਆ ਨਹੀਂ ਕਿਸੇ ਨੂੰ ਕਿੱਥੇ ਗਏ ਹੋ ਤੇ ਕਿਹਦੇ ਕੋ ਗਏ ਹੋ? ਸਰ ਮੇਰੇ ਕੋਲ ਇਸ ਚੀਜ਼ ਦਾ ਪ੍ਰੂਫ ਆ ਕਿ ਮੈਂ ਘਰੇ ਕੰਮ ਕਰਦੀ ਸੀਗੀ। ਤੁਸੀਂ ਜੀ ਬਸ ਮੈਂ ਇੱਕ ਅਪਡੇਟ ਕਰ ਦਿਆਂ ਕਿ ਪੰਜਾਬੀ ਔਰਤਾਂ ਦੇ ਯੂਨੀਵਰਸਲ ਬਹਾਨੇ ਕਿਤਾਬ ਨੰਬਰ 2 ਤੁਹਾਨੂੰ ਬਹੁਤ ਜਲਦੀ ਪ੍ਰੋਸੀਡ ਕੀਤੀ ਜਾਊਗੀ, ਕਿਉਂਕਿ ਪਹਿਲੀ ਪੂਰੀ ਹੋ ਚੱਲੀ ਹੈ ਜੀ। ਸੋ ਮੈਂ ਟੀਮ ਨੂੰ ਬੇਨਤੀ ਕਰੂੰ ਕਿ ਬਾਦ ਸਾਹਿਬ ਨੂੰ ਜਲਦੀ ਭਾਗ ਦੂਜਾ ਪੇਸ਼ ਕੀਤਾ ਜਾਵੇ ਜੀ। ਕੈਰੀ ਔਨ ਕਰੋ ਜੀ। ਸੋ ਹੁਣ ਤੁਸੀਂ ਡਿਵੋਰਸ ਲੈ ਚੁੱਕੇ ਹੋ ਜਾਂ ਫਾਈਲ ਕੀਤਾ ਡਿਵੋਰਸ? ਸਰ ਮੇਰਾ ਡਿਵੋਰਸ ਦਾ ਪ੍ਰੋਸੀਜਰ ਚੱਲ ਰਿਹਾ ਹੈ। ਹੁਣ ਤੁਸੀਂ ਕਿਹਦੇ ਨਾਲ ਰਹਿੰਦੇ ਹੋ? ਟੈਲ ਮੀ ਟਰੂ। ਸਰ ਮੈਂ ਆਪਣੇ ਫਰੈਂਡਸ ਕੋਲ ਰਹਿ ਰਹੀ ਹਾਂ, ਆਪਣੇ ਫਰੈਂਡਸ ਨਾਲ ਰਹਿ ਰਹੀ ਹਾਂ, ਪਰ ਮੈਂ ਆਪਣੀ ਲੋਕੇਸ਼ਨ ਨਹੀਂ ਦੱਸ ਸਕਦੀ ਜੀ, ਬਿਕੋਜ਼ ਮੇਰੀ ਜਾਨ ਨੂੰ ਖਤਰਾ ਹੈ। ਤੁਹਾਡੀ ਜਾਨ ਨੂੰ ਖਤਰਾ ਆ? ਕਿੱਥੋਂ ਖਤਰਾ ਆ? ਸਰ ਮੈਨੂੰ ਮੇਰੇ ਪੇਕਿਆਂ ਤੋਂ ਤੇ ਮੇਰੇ ਸਹੁਰਿਆਂ ਤੋਂ ਦੋਨਾਂ ਤੋਂ ਹੀ ਖਤਰਾ ਹੈ। ਕਮ ਔਨ ਨਵਜੋਤ, ਪਲੀਜ਼ ਸਟਾਪ ਇਟ, ਸਟਾਪ ਦਿਸ ਨੌਨਸੈਂਸ। ਡੋਂਟ ਟੈਲ ਮੀ ਦੈਟ ਤੈਨੂੰ ਖਤਰਾ ਆਪਣੀ ਤੇਰੀ ਤਾਈ ਤੋਂ ਕਿਉਂ ਖਤਰਾ ਤੈਨੂੰ?
ਵਾਈ ਯੂ ਲਾਈਂਗ? ਤੁਸੀਂ ਇਸ ਛੋਟੀ ਉਮਰ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਹੋ ਬੇਟਾ। ਮੈਨੂੰ ਝੂਠ ਬੋਲ ਲਿਸਨ ਟੂ ਮੀ, ਛੋਟੀ ਉਮਰ ਦੇ ਵਿੱਚ ਸਾਰਿਆਂ ਨੂੰ ਇੱਕ ਪਾਸੇ ਰੱਖੋ, ਸਾਰਿਆਂ ਦੇ ਪੱਖ ਨੂੰ ਇੱਕ ਪਾਸੇ ਰੱਖੋ। ਜਿਸ ਤਾਈ ਨੇ ਤੁਹਾਡਾ ਡਾਈਪਰ ਚੇਂਜ ਕੀਤਾ ਹੋਵੇ, ਸਾਲ 'ਚ 2 ਸਾਲ ਦੀ ਉਮਰ ਵਿੱਚ ਤੁਹਾਡੀ ਮਾਂ ਚਲ ਗਈ ਹੋਵੇ ਸੰਸਾਰ ਛੱਡ ਕੇ, ਜਿਸ ਤਾਈ ਨੇ ਤੈਨੂੰ ਪੜਾਇਆ ਹੋਵੇ, ਕੱਪੜੇ ਬਦਲੇ ਹੋਣ, ਨਲਾਇਆ ਹੋਵੇ, ਤੇਰੀ ਚੁੰਡੀਆਂ ਕੀਤੀਆਂ ਹੋਣ, ਤੇਰੇ ਬਾਲ ਬੰਨੇ ਹੋਣ, ਗੁੰਦੇ ਹੋਣ, ਬਾਲਾਂ ਨਲਾਇਆ ਹੋਵੇ, ਤਾਂ ਉਹ ਤੋਂ ਤੈਨੂੰ ਖਤਰਾ ਹੈ ਤਾਈ ਤੋਂ। I don't believe that। ਹਾਂਜੀ ਸਰ। ਤੈਨੂੰ ਹੁਣ ਤਾਈ ਤੋਂ ਕਾਹਦਾ ਖਤਰਾ ਆ? ਤਾਈ ਨੇ ਤੈਨੂੰ ਪੜਾਇਆ ਲਿਖਾਇਆ, ਵਿਆਹ ਕਰਕੇ ਸਹੁਰੇ ਭੇਜਿਆ, ਤੂੰ ਉੱਥੇ ਬਸੀ ਨਹੀਂ ਔਰ ਤੂੰ ਮੁੜ ਕੇ ਗਈ ਨਹੀਂ, ਤੈਨੂੰ ਤਾਈ ਤੋਂ ਕਾਹਦਾ ਖਤਰਾ ਆ? ਤਾਈ ਨੇ ਕੀ ਬੰਦੂਕ ਰੱਖੀ ਹੋਈ ਆ? ਉਹਨਾਂ ਨੇ ਮੈਨੂੰ ਉਹਨਾਂ ਨੇ ਮੇਰਾ ਰਿਸ਼ਤਾ ਕੀਤਾ, ਉਹਨਾਂ ਨੇ ਮੈਨੂੰ ਝੂਠ ਬੋਲ ਕੇ ਮੇਰਾ ਰਿਸ਼ਤਾ ਕੀਤਾ। ਉਹਨਾਂ ਨੇ ਮੈਨੂੰ ਆਪਦੇ ਗਲੋਂ ਲਾਇਆ ਆ, ਉਹਨਾਂ ਨੇ ਮੈਨੂੰ ਆਪਦਾ ਧੀ ਨਹੀਂ ਸਮਝਿਆ। ਠੀਕ ਹੈ, ਜੇ ਉਹਨਾਂ ਨੇ ਮੈਨੂੰ ਸਮਝਿਆ ਹੁੰਦਾ ਮੈਨੂੰ ਸੱਚ ਦੱਸ ਦੇ। ਜਦੋਂ ਮੈਂ ਇਹਨਾਂ ਕੋਲ ਮਿੰਨਤਾਂ ਕਰਦੀ ਸੀ, ਮੈਨੂੰ ਸਰ ਤੁਸੀਂ ਤੁਹਾਨੂੰ ਵੀ ਪਤਾ ਇਸ ਚੀਜ਼ ਦਾ ਕਿ ਜਦੋਂ ਇੱਕ ਕੁੜੀ ਦੇ ਸੱਸ ਸਹੁਰਾ ਨਾਲ ਲੜ ਰਹੇ ਆ ਜਾਂ ਉਹਦਾ ਘਰ ਵਾਲਾ ਨੂੰ ਕੁੱਟ ਰਿਹਾ ਬੇਰਹਿਮੀ ਨਾਲ, ਤੇ ਕਾਲ ਲੱਗੀ ਹੋਵੇ ਉਹਦੇ ਪੇਕਿਆਂ ਨੂੰ, ਤੁਸੀਂ ਤੁਸੀਂ ਆਪਣੇ ਹਸਬੈਂਡ ਨੂੰ ਵਿਆਹ ਤੋਂ ਪਹਿਲਾਂ ਦੇਖਿਆ ਸੀਗਾ? ਵਿਆਹ ਕਰਾਉਣ ਲਾਮਾ ਲੈਣ ਤੋਂ ਪਹਿਲਾਂ? ਸਰ ਹਾਂਜੀ, ਸਿਰਫ ਮੈਨੂੰ ਪਿਕ ਦਿਖਾਈ ਗਈ ਸੀਗੀ। ਹਾਂ ਫਿਰ? ਹਾਂਜੀ, ਮੈਨੂੰ ਪਿਕਚਰ ਦਿਖਾਈ ਗਈ ਸੀ। ਉਸ ਤੋਂ ਬਾਅਦ ਸਾਡਾ ਸ਼ਗਨ ਪਾਇਆ ਗਿਆ ਸੀਗਾ ਕਿ ਮਹੀਨੇ ਦੇ ਵਿੱਚ ਹੀ ਸਾਡੀ ਮੈਰਿਜ ਹੋਈ ਸੀਗੀ। ਵਿਆਹ ਤੋਂ ਪਹਿਲਾਂ ਮੇਰੀ ਇੰਨੀ ਗੱਲ ਵੀ ਨਹੀਂ ਹੋਈ ਮੇਰੇ ਹਸਬੈਂਡ ਨਾਲ। ਸਿਰਫ 5-7 ਦਿਨ ਪਹਿਲਾਂ ਜਸਟ ਜਦੋਂ ਸ਼ਾਪਿੰਗ ਵਗੈਰਾ। ਵਿਆਹ ਤੋਂ ਬਾਅਦ ਤੁਸੀਂ, ਵਿਆਹ ਤੋਂ ਬਾਅਦ ਜੋ ਤੁਹਾਡਾ ਵਿਆਹ ਹੋਣ ਤੋਂ ਬਾਅਦ ਤੁਸੀਂ ਘੁੰਮਣ ਫਿਰਨ ਵੀ ਗਏ ਹੋ ਕਿਤੇ? ਨਹੀਂ ਸਰ, ਅਸੀਂ ਕਿਤੇ ਨਹੀਂ ਗਏ ਜੀ। ਤੁਹਾਡਾ ਹਸਬੈਂਡ ਕਿਤੇ ਨਹੀਂ ਤੁਹਾਨੂੰ ਘੁਮਾਉਣ ਲੱਗਿਆ, ਸ਼ਾਪਿੰਗ ਨਹੀਂ ਕਰਾਉਣ ਗਿਆ, ਨਾ ਧਾਰਮਿਕ ਸਥਾਨਾਂ ਤੇ ਤੁਹਾਡੇ ਤੁਸੀਂ ਤੀਰਥ ਕਰਨ ਗਏ ਹੋ, ਦਰਸ਼ਨ ਕੀਤੇ ਨੇ ਗੁਰੂ ਘਰਾਂ ਦੇ? ਵਿਆਹ ਤੋਂ ਬਾਅਦ ਅਕਸਰ ਸਾਡੇ ਇੱਕ ਮੈਂ ਕਹਿ ਸਕਦਾ ਕਿ ਟ੍ਰੈਡੀਸ਼ਨ ਹੈ, ਇੱਕ ਸਾਡਾ ਬਹੁਤ ਅੱਛੇ ਸੰਸਕਾਰ ਨੇ ਕਿ ਅਸੀਂ ਦਰਸ਼ਨ ਕਰਦੇ, ਜਦੋਂ ਸ਼ਾਦੀ ਕਰਦੇ ਬੱਚਿਆਂ ਨੂੰ ਲਿਜਾਂਦੇ ਆ। ਤੁਹਾਨੂੰ ਲੈ ਕੇ ਨਹੀਂ ਗਿਆ ਕੋਈ? ਚਲੋ ਅਸੀਂ ਹਰਿਮੰਦਰ ਸਾਹਿਬ ਗਏ ਸੀਗੇ ਜਦੋਂ ਮੇਰੀ ਪਾਸਪੋਰਟ ਦੀ ਇਨਕੁਆਇਰੀ ਸੀਗੀ। ਸੋ ਅਸੀਂ ਕਿਤੇ ਮਤਲਬ ਪਰਸਨਲੀ ਨਹੀਂ ਗਏ। ਤੁਸੀਂ ਰਿਲੇਸ਼ਨ ਬਣਾਏ ਸੀ ਹਸਬੈਂਡ ਵਾਈਫ ਵਾਲੇ? ਹਾਂਜੀ ਸਰ, ਜਿੱਦਾਂ ਨਾਰਮਲ ਹਸਬੈਂਡ ਵਾਈਫ ਦੇ ਵਿੱਚ ਹੁੰਦੇ ਆ ਉਹਦਾ ਰਿਲੇਸ਼ਨ ਸੀਗੀ। ਤੁਸੀਂ ਆਪਣੀ ਤਾਈ ਦੇ ਜਿਹੜੇ ਐਲੀਗੇਸ਼ਨ ਲਾਏ ਆ ਉਹ ਅਸੈਪਟੇਬਲ ਨਹੀਂ ਹੈ। ਮੈਂ ਨਹੀਂ ਮੰਨਦਾ ਕਿ ਤੁਹਾਨੂੰ ਤਾਈ ਤੋਂ ਖਤਰਾ। ਤਾਈ ਤੇ ਕੀ ਖਤਰਾ ਹੈ? ਤਾਈ AK-47 ਚੁੱਕੀ ਫਿਰਦੀ ਆ, ਤਾਈ ਤੇ ਕਿਹੜੀ ਗੱਲ ਦਾ ਖਤਰਾ ਆ? ਨਵਜੋਤ, ਤੁਸੀਂ ਬੜੇ ਪਿਆਰੇ ਬੱਚੇ ਹੋ, ਤੁਹਾਡਾ ਸਤਿਕਾਰ ਹੈ, ਮੈਂ ਤੁਹਾਡਾ ਸਤਿਕਾਰ ਕਰਦਾ, ਤੁਸੀਂ ਮੇਰੇ ਸਿਰ ਦੇ ਤਾਜ ਹੋ। ਤੁਸੀਂ ਦੱਸੋ ਕਿ ਤੁਹਾਡੀ ਤਾਈ ਕਿਹੜੀ ਐਸੇ ਵੈਪਨ ਲਈ ਫਿਰਦੀ ਆ ਜਿਹੜੇ ਕਿ ਤੁਹਾਨੂੰ ਬਹੁਤ ਜ਼ਿਆਦਾ ਖਤਰਾ ਹੈ ਉਤੋਂ? ਸਰ ਮੈਂ ਤੁਹਾਨੂੰ ਦੱਸਦੀ ਹਾਂ ਜੀ, ਮੈਂ ਜਦੋਂ 8 ਤਰੀਕ ਨੂੰ ਘਰ ਤੋਂ ਆਈ ਹਾਂ, ਮੈਂ ਪ੍ਰਦੀਪ ਨੂੰ ਵੀ ਕਾਲ ਕੀਤੀ ਸੀ, ਮੇਰੇ ਹਸਬੈਂਡ ਨੂੰ ਵੀ। ਉਸ ਤੋਂ ਬਾਅਦ ਮੈਂ ਬਤਾਇਆ ਤਾਈ ਨੂੰ ਵੀ ਕਾਲ ਕੀਤੀ ਸੀ। ਮੈਂ ਸਾਰਿਆਂ ਨਾਲ ਗੱਲ ਕਰਕੇ ਇਹ ਗੱਲ ਕਹੀ ਸੀ। ਮੈਂ ਪ੍ਰਦੀਪ ਨੂੰ ਕਿਹਾ ਸੀ ਕਿ ਮੈਂ ਟਿਕਟ ਡਿਵੋਰਸ ਲੈਣਾ ਆ, ਮੈਂ ਤੇਰੇ ਨਾਲ ਨਹੀਂ ਰਹਿਣਾ ਚਾਹੁੰਦੀ, ਕਿਉਂਕਿ ਜਿਸ ਹਿਸਾਬ ਨਾਲ ਤੂੰ ਮੇਰਾ ਬਿਹੇਵੀਅਰ ਕੀਤਾ ਸਾਲ ਦਾ, ਮੈਂ ਹੋਰ ਟੋਲਰੇਟ ਨਹੀਂ ਕਰ ਸਕਦੀ। ਤੇ ਮੈਂ ਆਪਣੇ ਤਾਏ ਚ ਗਈ ਸੀ ਕਿ ਮੈਨੂੰ ਖੁਦ ਤੇ ਯਕੀਨ ਨਹੀਂਗਾ, ਕਿਉਂਕਿ ਮੇਰਾ ਪਹਿਲਾਂ ਨਹੀਂ ਤੇਰਾ ਵਿਆਹ ਪੁੱਛ ਕੇ ਕੀਤਾ? ਤੇਰੇ ਤਾਈ ਨੇ ਪੁੱਛਿਆ ਵਿਆਹ ਕਰਨ ਤੋਂ ਪਹਿਲਾਂ ਜੈਸ ਔਰ ਨੋ? ਸਰ ਮੇਰੇ ਤੋਂ ਪੁੱਛਿਆ ਗਿਆ ਸੀ, ਪਰ ਮੈਨੂੰ ਝੂਠ ਬੋਲ ਕੇ ਪਰਮਿਸ਼ਨ ਲਈ ਗਈ ਸੀ। ਤੁਸੀਂ ਹਾਂ ਕੀਤਾ ਹੈ, ਤਾਰੋ ਨੇ ਵਿਆਹ ਕੀਤਾ ਹੈ। ਸਭ ਇਹਨੂੰ ਤਾਈ ਜੀ ਨੂੰ ਲਾਈਨ ਤੇ ਲੈ ਕੇ ਆਓ ਪਲੀਜ਼। ਸਿਸਟਰ ਜਲਦੀ ਕਰੋ, ਇਹਨਾਂ ਦੇ ਤਾਈ ਜੀ ਨੂੰ ਲੈ ਕੇ ਆਓ ਫੌਰਨ, ਤਾਂ ਕਿ ਅਸੀਂ ਗੱਲਬਾਤ ਕਰਦੇ ਹਾਂ, ਕਿਉਂਕਿ ਵੀ ਹੈਵ ਟੂ ਸੌਰਟ ਦਿਸ ਇਸ਼ੂ। ਔਰ ਨਵਜੋਤ, ਤੁਹਾਨੂੰ ਤੁਹਾਡੀ ਤਾਈ ਤੋਂ ਨਹੀਂ ਖਤਰਾ ਚਾਹੀਦਾ, ਕਿਉਂਕਿ ਤਾਈ ਤੁਹਾਡੀ ਇੱਕ ਮਾਂ ਆ ਜਿਹਨੇ ਤੁਹਾਨੂੰ ਪਾਲਿਆ ਆ, ਪਲੋਸਿਆ ਆ, ਵੱਡਾ ਕੀਤਾ ਆ, ਤੁਹਾਡੀ ਚੁੰਡੀਆਂ ਕੀਤੀਆਂ ਆ, ਗੁੱਤ ਕੀਤੀ ਆ, ਗੁੰਦਿਆ ਤੁਹਾਡੇ ਸਰੀਰ ਨੂੰ, ਤੁਹਾਨੂੰ ਨਲਾਇਆ ਧਲਾਇਆ, ਡਾਈਪਰ ਚੇਂਜ ਕੀਤੇ ਆ। ਔਰ ਮੈਂ ਹੈਰਾਨ ਹਾਂ ਕਿ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਖਤਰਾ ਆ। ਆਈ ਡੋਂਟ ਨੋ। ਸਰ ਮੈਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੰਨਦੀ ਹਾਂ। ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਗੱਲ ਵੀ ਕਹੀ ਆ ਕਿ ਮੈਨੂੰ ਸਿਰਫ ਡਿਵੋਰਸ ਚਾਹੀਦਾ ਸੀ ਪ੍ਰਦੀਪ ਤੋਂ, ਠੀਕ ਆ। ਪਰ ਮੈਂ ਆਪਣੇ ਤਾਇਆ ਤਾਈ ਨਾਲ ਮੇਰਾ ਸਿਰਫ ਇਸ ਗੱਲ ਦਾ ਗਿਆ ਸ਼ਿਕਵਾ, ਕਿਉਂਕਿ ਉਹਨਾਂ ਨੇ ਤੁਸੀਂ ਆਪਣੀ ਜ਼ਿੰਦਗੀ ਦਾ ਲਿਆ ਫੈਸਲਾ, ਤੁਹਾਡਾ ਆਪਣਾ ਬੇਟਾ, ਤੁਸੀਂ ਹੁਣ ਜਿੱਥੇ ਰਹਿ ਰਹੇ ਹੋ, ਔਰ ਇਹ ਹੁਣ ਤੁਸੀਂ ਆਪਣੇ ਕਿਸੇ ਲੜਕੇ ਨਾਲ ਜਿਹਨਾਂ ਸ਼ਾਦੀ ਕਰਾਉਣੀ ਉਹਨਾਂ ਰਹਿ ਰਹੇ ਹੋ, ਜਾਂ ਕੋਈ ਹੋਰ ਰਿਸ਼ਤਾ ਹੈ ਜਿੱਥੇ ਰਹਿ ਰਹੇ ਹੋ? ਸਰ ਮੇਰਾ ਕੋਈ ਕਿਸੇ ਲੜਕੇ ਨਾਲ ਸੰਬੰਧ ਨਹੀਂ ਹੈ, ਮੈਂ ਆਪਣੇ ਫਰੈਂਡਸ ਕੋਲ ਰਹਿ ਰਹੀ ਹਾਂ। ਫਰੈਂਡਸ ਕੌਣ ਹੈ? ਲੜਕੀ ਆ? ਕੁੜੀਆਂ। ਸਰ ਕੁੜੀਆਂ। ਤੇਰਾ ਕੋਈ ਕਿਸੇ ਨਾਲ ਹੋਰ ਲੜਕੇ ਨਾਲ ਸੰਬੰਧ ਨਹੀਂ ਹੈ? ਜੀ ਸ਼ੋਰ? ਹਾਂਜੀ ਸਰ। ਆਈ ਸੀ। ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੈਂ ਦੱਸਣਾ ਨਹੀਂ ਚਾਹੁੰਦੀ ਕਿ ਮੈਂ ਕਿੱਥੋਂ ਬੋਲ ਰਹੀ ਹਾਂ। ਹਾਂਜੀ ਸਰ।
ਤੁਸੀਂ ਮੈਂ ਕਿਹਾ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਆਪਣੀ ਲੋਕੇਸ਼ਨ ਕਿ ਮੈਂ ਕਿੱਥੋਂ ਆ। ਹਾਂਜੀ ਸਰ। ਤੁਹਾਨੂੰ ਪਤਾ ਜਿਹੜੀ ਨਵੀਂ ਟੈਕਨੋਲੋਜੀ ਆ, ਮੇਰਾ 5 ਮਿੰਟ ਦਾ ਖੇਡ ਹੈ, ਮੈਂ ਕਾਲ ਕਰਕੇ ਤੁਹਾਡਾ ਨੰਬਰ ਦੱਸ ਕੇ ਮੈਂ ਰਾਈਟ ਤੁਹਾਨੂੰ ਦੱਸਾਂ ਤੁਸੀਂ ਇਸ ਵੇਲੇ ਕਿੱਥੇ ਖੜੇ ਹੋ, ਕਿਹੜੀ ਲੋਕੇਸ਼ਨ ਤੇ ਹੋ। ਤੁਹਾਨੂੰ ਪਤਾ ਕਿ ਇਹ ਇੱਕ ਸਿਸਟਮ ਹੈ ਇੱਕ ਪੁਲਿਸ ਡਿਪਾਰਟਮੈਂਟ ਦੇ ਕੋਲ। ਸਰ ਦੇਖ ਲਓ, ਤੁਸੀਂ ਜੇ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ ਹੋ, ਪਰ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਮੇਰੀ ਜਾਨ ਨੂੰ ਖਤਰਾ ਹੈ। ਠੀਕ ਹੈ, ਮੇਰਾ ਸਾਰਾ ਕੇਸ ਫਾਈਲ ਕੀਤਾ ਗਿਆ, ਮੈਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਮੈਂ ਸਹੀ ਹਾਂ। ਮੈਨੂੰ ਸਿਰਫ ਜੇ ਮੈਂ ਆਪਦੇ ਫੈਮਿਲੀ ਤੋਂ ਦੂਰ ਹਾਂ, ਮੈਂ ਇਸ ਗੱਲ ਕਾਰਨ ਦੂਰ ਹਾਂ ਕਿਉਂਕਿ ਮੈਂ ਉਹਨਾਂ ਤੋਂ ਛੁਟਕਾਰਾ ਚਾਹੁੰਦੀ ਹਾਂ। ਹੋਰ ਮੈਨੂੰ ਕੋਈ ਨਹੀਂ ਛੁਟਕਾਰਾ ਤੁਸੀਂ ਆਪਣੇ ਸਹੁਰੇ ਚਾਹੁੰਦੇ ਹੋ, ਮੈਂ ਫਾਈਨ ਮੰਨਦਾ ਤੁਸੀਂ ਆਪਣੇ ਸਹੁਰੇ ਨਹੀਂ ਰਹਿਣਾ ਚਾਹੁੰਦੇ, ਵੱਖਰੀ ਗੱਲ ਹੈ। ਪਰ ਬੇਟਾ ਜਿਸ ਤਾਈ ਨੇ ਤੁਹਾਨੂੰ 18-19 ਸਾਲ ਪਾਲਿਆ ਆ, ਉਹਦੇ ਉੱਪਰ ਇਹ ਦੋਸ਼ ਨਾ ਲਾ। ਉਹ ਬਿਰਧ ਹੋ ਚੁੱਕੀ ਆ, ਤੂੰ ਇਹ ਦੋਸ਼ ਕਿਉਂ ਲਾ ਰਹੀ ਆਪਣੀ ਤਾਈ ਤੇ? ਮੈਨੂੰ ਦੁੱਖ ਇਸ ਚੀਜ਼ ਦਾ ਆ। ਪਰ ਮੈਂ ਕੋਈ ਐਲੀਗੇਸ਼ਨ ਨਹੀਂ ਲਗਾ ਰਹੀ ਜੀ, ਪਰ ਮੈਂ ਨਾ ਤਾਂ ਮੈਂ ਆਪਣੇ ਸਹੁਰੇ ਪਰਿਵਾਰ ਨਾਲ ਰਹਿਣਾ ਚਾਹੁੰਦੀ ਤੇ ਨਾ ਮੈਂ ਆਪਣੇ ਪੇਕੇ ਪਰਿਵਾਰ ਨਾਲ ਰਹਿਣਾ ਚਾਹੁੰਦੀ ਹਾਂ। ਫਿਰ ਤੂੰ ਰਹਿਣਾ ਕਿੱਥੇ ਚਾਹੁੰਦੀ ਹੈ? ਕਿਉਂਕਿ ਇਹ ਤੂੰ ਕਿਹੜੇ ਟਿੱਠੇ ਖੂ ਜਾਣਾ ਚਾਹੁੰਦੀ ਹੈ? ਮੈਂ ਸਟੱਡੀ ਕਰਨਾ ਚਾਹੁੰਦੀ ਹਾਂ, ਮੈਂ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹਾਂ ਕਿਉਂਕਿ ਮੇਰੀ ਏਜ ਬਹੁਤ ਛੋਟੀ ਹੈ। ਮੈਂ ਸਟਰਗਲ ਕਰਨਾ ਚਾਹੁੰਦੀ ਹਾਂ। ਆਲਰਾਈਟ, ਓਕੇ, ਫਾਈਨ। ਹੁਣ ਤੁਸੀਂ ਆਪ ਜੀ ਪੜ੍ਹਦੇ ਹੋ ਨਵਜੋਤ ਜੀ? ਨਹੀਂ ਸਰ, ਫਿਲਹਾਲ ਮੇਰੇ ਕੋਲ ਕੋਈ ਫਾਈਨੈਂਸ਼ੀਅਲ ਸਪੋਰਟ ਨਹੀਂ ਕਿਉਂਕਿ ਮੈਂ ਆਪਣੇ ਫਰੈਂਡਸ ਕੋਲ ਰਹਿ ਰਹੀ ਹਾਂ। ਠੀਕ ਹੈ, ਤੇ ਮੈਂ ਆਪਣੇ ਖਾਣ ਪੀਣ ਲਈ ਵੀ ਉਹਨਾਂ ਤੋਂ ਹੈਲਪ ਮੰਗ ਰਹੀ ਹਾਂ। ਤੁਸੀਂ ਉਹਨਾਂ ਦਾ ਮਤਲਬ ਸਾਰਾ ਦਿਨ ਘਰ ਬੈਠੇ ਰਹਿੰਦੇ ਹੋ ਔਰ ਤੁਹਾਡੇ ਕੋਲ ਰੋਟੀ ਲਈ ਵੀ ਕੱਪੜੇ ਲਈ ਵੀ ਪੈਸੇ ਨਹੀਂ ਹੈ? ਹਾਂਜੀ ਬਿਲਕੁਲ ਸਰ, ਕਿਉਂਕਿ ਮੈਂ ਜਦੋਂ ਆਪਣੇ ਸਹੁਰਾ ਪਰਿਵਾਰ ਤੋਂ ਆਈ ਹਾਂ ਤਾਂ ਮੇਰੇ ਕੋਲ ਸਿਰਫ ਮੇਰੇ ਡਾਕੂਮੈਂਟ ਸੀ ਤੇ ਮੇਰੇ ਕੋਲ ਇੱਕ ਸੂਟ ਸੀ ਜਿਹੜਾ ਮੇਰੇ ਪਾਇਆ ਗਿਆ ਸੀਗਾ। ਅਗਰ ਤੁਸੀਂ ਆਪਣੀ ਜ਼ਿੰਦਗੀ ਨੂੰ ਬਣਾਉਣਾ ਹੈ, ਪੜ੍ਹਨਾ ਲਿਖਣਾ ਹੈ, ਸ਼ਾਦੀ ਤੁਹਾਡੀ ਹੋਈ ਹੈ, ਚੰਗੀ ਤੂੰ ਲੜਕੀ ਹੈ ਔਰ ਬੇਟਾ ਆਪਣੇ ਸੁਭਾਅ ਦੇ ਵਿੱਚ ਥੋੜੇ ਜਿਹੇ ਪਰਿਵਰਤਨ ਲਿਆਇਆ ਤਾਂ ਜ਼ਿੰਦਗੀ ਬਣ ਜਾਊਗੀ। ਔਰ ਜੇ ਤੁਸੀਂ ਹੁਣ ਪੜ੍ਹੋ ਲਿਖੋਗੇ, ਗਿਆ ਵੀ ਕਿਸੇ ਨਾ ਕਿਸੇ ਦਾ ਵਿਆਹ ਤਾਂ ਕਰਾਓਗੇ, ਜੇ ਤੈਨੂੰ ਹੋਰ ਇਸ ਤੋਂ ਵੀ ਵੱਧ ਲੜਾਕਾ ਕੋਈ ਖਾੜਕੂ ਟਾਈਪ ਬੰਦਾ ਮਿਲ ਗਿਆ ਤਾਂ ਫਿਰ ਤੂੰ ਕੀ ਕਰੂੰਗੀ? ਫਿਰ ਤੀਜੇ ਵਿਆਹ ਕਰਾਉਂਗੀ, ਫਿਰ ਚੌਥਾ ਕਰਾਉਂਗੀ, ਫਿਰ ਪੰਜਵਾਂ ਕਰਾਉਂਗੀ। ਤੂੰ ਇਹਨਾਂ ਐਡਜਸਟਮੈਂਟ ਕਰਨ ਦੀ ਕੋਸ਼ਿਸ਼ ਕਰ ਨਵਜੋਤ ਬੇਟਾ। ਡੈਡੀ ਤੇਰਾ ਹੈ ਪਰ ਉਹ ਨਾਰਮਲ ਆ, ਭਰਾ ਤੇਰਾ ਕੋਈ ਹੈ ਨਹੀਂਗਾ, ਨਾਨਕੇ ਪਰਿਵਾਰ ਤੈਨੂੰ ਚੱਲਦਾ ਨਹੀਂਗਾ, ਭੂਆ ਤੇਰੀ ਕੋਈ ਨਹੀਂ ਚੱਲਦੀ, ਜਿਹੜੀ ਤਾਈ ਜਿਹੜੀ ਜਿਹਨੇ ਤੈਨੂੰ ਪਾਲਿਆ ਆ ਤੈਨੂੰ ਉਹ ਤੋਂ ਖਤਰਾ ਆ। ਮਾਈ ਗॉड, ਯੂ ਨੀਡ ਜੈਟ ਸਿਕਿਉਰਿਟੀ। ਨਵਜੋਤ ਤੂੰ ਬੜੀ ਸਿਆਣੀ ਹੈ ਲੜਕੀ, ਕਿਉਂ ਤੇਰੇ ਮਨ ਦੇ ਵਿੱਚ ਵਹਿਮ ਕਿਉਂ ਅੜਿਆ ਹੋਇਆ? ਤੂੰ ਕਿਉਂ ਇਸ ਤਰ੍ਹਾਂ ਕਰਦੀ ਆ? ਅਸੀਂ ਵਰੀਡ ਹਾਂ ਤੇਰੇ। ਸਰ ਮੈਂ ਤੁਹਾਨੂੰ ਉਹੀ ਦੱਸ ਰਹੀ ਹਾਂ ਜੀ, ਪੂਰੀ ਗੱਲ ਦੱਸ ਰਹੀ ਹਾਂ ਕਿ ਜਦੋਂ ਮੇਰੇ ਨਾਲ ਕੁੱਟਮਾਰ, ਮੈਨੂੰ ਚੱਪਲਾਂ ਨਾਲ ਮੇਰੇ ਸਹੁਰਾ ਪਰਿਵਾਰ ਵੱਲੋਂ ਕੁੱਟਿਆ ਗਿਆ, ਮੇਰੀ ਸੱਸ ਵੱਲੋਂ, ਮੇਰੇ ਘਰ ਵਾਲੇ ਬੰਨਿਓ, ਉਦੋਂ ਮੇਰੇ ਜਿਹੜੀ ਫੈਮਿਲੀ ਸੀ, ਮੇਰੀ ਤੁਹਾਡੀ ਸੱਸ ਨੇ ਤੁਹਾਨੂੰ ਚੱਪਲਾਂ ਨਾਲ ਕੁੱਟਿਆ, ਉਹ ਕਿਉਂ ਕੁੱਟਿਆ ਚੱਪਲਾਂ ਨਾਲ? ਕਾਰਨ ਕੀ ਸੀ ਕਿ ਚੱਪਲਾਂ ਨਾਲ ਕੁੱਟਿਆ ਸੱਸ? ਮੇਰਾ ਖਿਆਲ ਨਹੀਂ ਤੁਸੀਂ ਚੱਪਲਾਂ ਦੇ ਨਾਲ, ਤੁਹਾਡਾ ਹਸਬੰਡ ਤਾਂ ਮੈਂ ਠੀਕ ਹੈ ਮਾਰੀ ਹੋਊਗੀ ਚੱਪਲ, ਪਰ ਸੱਸ ਮੇਰਾ ਖਿਆਲ ਨਹੀਂ ਤੁਹਾਡੀ ਮਾਰਦੀ ਚੱਪਲ ਆਪਣੀ। I don't think so ਕਿਉਂਕਿ ਸਰ ਮੇਰੇ ਕੋਲ ਸਾਰੇ ਐਵੀਡੈਂਸ ਪਏ ਆ ਜੀ, ਮੇਰੇ ਕੋਲ ਕੀ ਰਿਕਾਰਡਿੰਗਾਂ ਪਈਆਂ, ਮੇਰੇ ਕੋਲ ਪ੍ਰੂਫ ਫੋਟੋਸ ਪਏ ਆ ਜੀ। ਕੀ ਐਵੀਡੈਂਸ ਹੈ? ਚੱਪਲਾਂ ਮਾਰਦੇ ਆਂਦੇ? ਮੇਰੇ ਕੋਲ ਰਿਕਾਰਡਿੰਗ ਪਈ ਹੈ ਜੀ ਉਸ ਦਿਨ ਦੀ, ਜੋ ਉਸ ਦਿਨ ਗੱਲਬਾਤ ਹੋਈ ਹੈ, ਸਾਰੇ ਕਾਫੀ ਮੇਰੇ ਕੋਲ ਪ੍ਰੂਫ ਹੈ ਜੀ। ਤੇ ਤੁਹਾਡੀ ਸੱਸ ਨੇ ਤੁਹਾਨੂੰ ਚੱਪਲਾਂ ਮਾਰੀਆਂ ਤੇ ਫਿਰ ਤੁਸੀਂ ਘਰੋਂ ਭੱਜ ਗਏ? ਹਾਂਜੀ ਸਰ ਬਿਲਕੁਲ। ਕਿੰਨੇ ਵਜੇ ਗਏ ਘਰੋਂ ਤੁਸੀਂ? ਰਾਤ ਨੂੰ, ਦਿਨ ਨੂੰ? ਨਹੀਂ ਸਰ ਮੈਂ ਦਿਨੇ ਗਈ ਜੀ, ਗ੍ਰੀਨ ਫੀਲਡ ਰਿਜ਼ੋਰਟਸ ਮੇਰਾ ਐਗਜ਼ਾਮ ਸੀਗਾ ਮੁਕਤਸਰ। ਹਾਂਜੀ, ਤੇ ਮੈਂ ਉੱਥੋਂ ਆਈ ਸੀ। ਮੇਰਾ ਐਗਜ਼ਾਮ ਸੀਗਾ ਜੀ 8 ਤਰੀਕ ਨੂੰ ਆਈਲੈਟ ਦਾ। ਹਾਂ ਤੁਸੀਂ ਆਈਲੈਟ ਕਰ ਰਹੇ ਸੀਗੇ, ਹੁਣ ਤੁਸੀਂ ਆਈਲੈਟ ਕੀਤੀ ਕਿ ਨਹੀਂ ਹਾਲੇ ਤੱਕ? ਹਾਂਜੀ ਸਰ। ਨਹੀਂ ਸਰ, ਮੈਂ ਕੱਲ ਸਪੀਕਿੰਗ ਦਾ ਪੇਪਰ ਦਿੱਤਾ ਸੀਗਾ, ਬਾਕੀ ਮੇਰੇ 3 ਮੋਡਿਊਲ ਨਹੀਂ ਕਵਰ ਹੋਏਗੇ। ਓ ਬੈਡ, ਵੈਰੀ ਬੈਡ ਨਵਜੋਤ, ਮੈਨੂੰ ਫਿਕਰ ਹੈ ਔਰ ਕਿ ਤੁਹਾਡੀ ਜ਼ਿੰਦਗੀ ਬਾਰੇ। ਤੁਸੀਂ 19 ਸਾਲ ਦੇ ਹੋ, ਤੁਸੀਂ ਕਈ ਫੈਸਲੇ ਜਿਹੜੇ ਜੇ ਲਓਗੇ ਵੀ ਆਪਣੇ ਆਪ ਤਾਂ ਉਹ ਫੈਸਲੇ ਜਿਹੜੇ ਆ ਕੋਈ ਛੋਟੀ ਉਮਰ ਵਿੱਚ ਸਹੀ ਨਹੀਂ ਲੈ ਜਾ ਸਕਦੇ ਕਿਉਂਕਿ ਉਮਰ ਫੈਕਟਰ ਜਿਹੜਾ ਏਜ ਫੈਕਟਰ ਹੈ ਬਹੁਤ ਵੱਡਾ ਆ। ਤੁਸੀਂ ਗੱਲ ਸਮਝਦੇ ਨਾ, ਏਜ ਫੈਕਟਰ ਇਸ ਬਹੁਤ ਵੱਡਾ ਫੈਕਟਰ ਹੈ। ਸੋ ਤੁਸੀਂ ਹੁਣ ਜੇ ਐਕਚੁਅਲੀ ਮੈਨੂੰ ਮੇਰੀ ਫੈਮਿਲੀ ਵੱਲੋਂ ਹਨਾ, ਤਾਇਆ ਤਾਈ ਜੀ ਵੱਲੋਂ ਕਿਸੇ ਬੰਨੇ ਵੀ ਸਪੋਰਟ ਮਿਲੀ ਹੁੰਦੀ, ਕਿਉਂਕਿ ਉਸ ਦਿਨ ਜਿਹੜਾ ਕੁਝ ਮੇਰੇ ਨਾਲ ਹੋ ਰਿਹਾ ਸੀਗਾ ਤੇ ਉਹ ਮੇਰੇ ਲਈ ਬਹੁਤ ਹੀ ਸਟ੍ਰੈਸਫੁਲ ਸੀਗਾ, ਮੈਂ ਉਸ ਚੀਜ਼ ਨੂੰ ਬੇਅਰ ਨਹੀਂ ਕਰ ਸਕਦੀ ਸੀ। ਜੇ ਮੈਨੂੰ ਇੱਕ ਵਾਰ ਵੀ ਮੇਰੇ ਫੈਮਿਲੀ ਵੱਲੋਂ ਸਪੋਰਟ ਮਿਲੀ ਹੁੰਦੀ ਤਾਂ ਮੈਨੂੰ ਇਦਾਂ ਹਨਾ। ਜੇ ਪ੍ਰਦੀਪ ਜੇ ਤੁਸੀਂ ਪ੍ਰਦੀਪ ਤੁਹਾਡੇ ਕੋਲ ਆ ਜਾਵੇ ਦੁਬਾਰਾ ਮੁੜ ਕੇ, ਚਲੋ ਗਲਤੀ ਹੋਈਆਂ ਜੇ ਨਹੀਂ ਹੋਈਆਂ, ਪ੍ਰਦੀਪ ਕਹੇ ਕਿ ਨਵਜੋਤ ਜੀ ਤੁਸੀਂ ਜੋ ਮਹਿਸੂਸ ਕੀਤਾ ਜੋ ਕੁਝ ਪਿੱਛੇ ਹੋਇਆ ਇਹ ਮੁੜ ਕੇ ਨਹੀਂ ਹੋਊਗਾ, ਤਾਂ ਚੱਲ ਆਪਾਂ ਆਪਣੀ ਜ਼ਿੰਦਗੀ ਨੂੰ ਸ਼ੁਰੂ ਕਰੀਏ ਦੁਬਾਰਾ ਤਾਂ ਆਪਣੇ ਘਰ ਚਲੀਏ, ਤੁਸੀਂ ਜਾਣ ਨੂੰ ਤਿਆਰ ਹੋ? ਸਰ ਮੈਂ ਜੀ ਉਸ ਬੰਦੇ ਦੇ ਮੂੰਹ ਵੀ ਨਹੀਂ ਲੱਗਣਾ ਚਾਹੁੰਦੀ ਕਿਉਂਕਿ ਉਸ ਬੰਦੇ ਨੇ ਜਿੰਨੀ ਮੇਰੀ ਬਦਨਾਮੀ ਕੀਤੀ ਆ, ਕਿਉਂਕਿ ਮੈਂ ਉਸਦੀ ਇੱਜ਼ਤ ਸੀਗੀ, ਠੀਕ ਹੈ, ਉਸਨੇ ਮੈਨੂੰ ਸ਼ਰੇਆਮ ਸਾਰੀ ਦੁਨੀਆ ਤੋਂ ਛੱਡ ਲਿਆ। ਦੂਸਰੀ ਗੱਲ ਸਰ ਇਹ ਵੀ ਮਈ ਦੇ ਵਿੱਚ ਮੈਂ ਉਸਨੂੰ ਇੱਕ ਮੌਕਾ ਦੇ ਚੁੱਕੀ ਹਾਂ। ਤੁਸੀਂ ਇੱਕ ਵਾਰੀ
ਸਾਬ ਦੇ ਐਪਲੀਕੇਸ਼ਨਸ ਹੋਈਆਂ ਸੀ, ਜਿਹੜਾ ਡਿਵੋਰਸ ਫਾਈਲ ਕੀਤਾ ਸੀਗਾ ਅਸੀਂ, ਤੇ ਉਸ ਤੋਂ ਬਾਅਦ ਵੀ ਮੈਂ ਉਹਨੂੰ ਇੱਕ ਮੌਕਾ ਦਿੱਤਾ ਕਿਉਂਕਿ ਮੈਂ ਆਪਦਾ ਘਰ ਵਸਾਉਣਾ ਚਾਹੁੰਦੀ ਸੀ, ਮੈਂ ਪਟਨਾ ਨਹੀਂ ਚਾਹੁੰਦੀ ਸੀ। ਪਰ ਜਿਸ ਹਿਸਾਬ ਨਾਲ ਮੇਰੇ ਨਾਲ ਬਿਹੇਵੀਅਰ ਹੋਇਆ ਮੈਨੂੰ ਸਰ, ਮੈਂ ਮਈ ਦੇ ਵਿੱਚ 25 ਮਈ ਨੂੰ ਮੈਂ ਗਈ ਹਾਂ ਘਰੋਂ ਜੀ ਫਰੀਦਕੋਟ, ਤੇ ਮੈਨੂੰ ਜੂਨ ਦਾ ਮਹੀਨਾ ਮੈਂ ਸਾਰਾ ਉੱਥੇ ਫਰੀਦਕੋਟ ਰਹੀ ਹਾਂ। ਉਸ ਤੋਂ ਬਾਅਦ ਮੈਂ ਜੁਲਾਈ ਚ ਮੈਨੂੰ ਲੈ ਕੇ ਵਾਪਸ ਲੈ ਕੇ ਗਏ ਸੀਗੇ। ਹਫ਼ਤਾ ਜਾਣ ਤੋਂ ਬਾਅਦ ਹੀ ਮੇਰੇ ਨਾਲ ਵਾਪਸ ਕੁੱਟਮਾਰ ਤੇ ਸਾਰਾ ਕੁਝ ਸ਼ੁਰੂ ਹੋ ਗਿਆ ਸੀ। ਹੁਣ ਤੁਹਾਡੇ ਕੋਲ ਕੋਈ ਵੀ ਇਨਕਮ ਸੋਰਸਸ ਨਹੀਂ ਹੈ, ਨਾ ਤੁਹਾਡੇ ਕੋਲ ਕੋਈ ਪੈਸਾ ਆਇਆ, ਨਾ ਤੁਹਾਡੇ ਕੋਲ ਕੋਈ ਸਹੁਰਿਆਂ ਵੱਲੋਂ ਪਾਇਆ ਹੋਇਆ ਗਹਿਣਾ ਜਾਂ ਨਾ ਪੇਕਿਆਂ ਵੱਲੋਂ ਪਾਇਆ ਹੋਇਆ ਕੋਈ ਗਹਿਣਾ ਵੀ ਨਹੀਂ ਸੋਨੇ ਦੇ, ਜਿਹੜੇ ਕਿ ਤੁਸੀਂ ਵੇਚ ਕੇ ਆਪਣੀ ਸਟੱਡੀ ਕਰ ਸਕੋ ਜਾਂ ਤੁਸੀਂ ਵੇਚ ਕੇ ਆਪਣੀ ਜ਼ਿੰਦਗੀ ਦੇ ਵਿੱਚ ਜੇ ਲੋੜ ਪਵੇ ਤਾਂ ਕੋਈ ਕਾਰੋਬਾਰ ਕਰ ਸਕੋ, ਤਾਂ ਤੁਸੀਂ ਫ੍ਰੀ ਰਹਿੰਦੇ ਹੋ। ਬੇਟਾ ਇਸ ਉਮਰ ਦੇ ਵਿੱਚ ਜਿਸ ਘਰ ਵਿੱਚ ਰਹਿੰਦੇ ਤੁਸੀਂ, ਉਹ ਘਰ ਵਾਲੇ ਤੁਹਾਨੂੰ ਕਿੰਨਾ ਕੁ ਰੱਖਣਗੇ? ਤੂੰ ਗਲਤ ਸਟੈਪ ਲੈ ਲੂੰਗੀ, ਤੇਰੀ ਉਮਰ ਗਲਤ ਆ, ਤੇਰੀ ਉਮਰ ਜਿਹੜੀ ਇੱਕ ਐਸੀ ਉਮਰ ਆ ਬੜੀ ਸੈਂਸਿਟਿਵ ਆ, ਕੱਚੀ ਉਮਰ ਆ ਇਹ। ਸਰ ਮੈਂ ਆਪਣੀ ਲਈ ਤੂੰ ਜ਼ਿੰਦਗੀ ਵਿੱਚ ਕੋਈ ਗਲਤ ਫੈਸਲਾ ਲੈ ਲਿਆ ਬੇਟਾ, ਜ਼ਿੰਦਗੀ ਪਛਤਾਉਂਗੀ। ਇਸ ਉਮਰ ਦੇ ਵਿੱਚ ਬਹੁਤ ਜਲਦੀ ਲੜਕੀਆਂ ਨੂੰ ਭਰਮਾਇਆ ਜਾ ਸਕਦਾ ਹੈ ਤੇ ਲੋਕ ਭਰਮਾ ਲੈਂਦੇ ਨੇ, ਤੇਰੀ ਜ਼ਿੰਦਗੀ ਤਬਾਹ ਹੋ ਜਾਵੇਗੀ। ਹਾਲੇ ਫੈਸਲਾ ਲੈ, ਜੇ ਸਹੁਰੇ ਨਹੀਂ ਜਾਣ ਤੇ ਐਟਲੀਸਟ ਆਪਣੇ ਪੇਕੇ ਪਿੰਡ ਆਪਣੀ ਤਾਇਆ ਤਾਈ ਦੀ ਗੋਦ ਵਿੱਚ ਚਲ ਜਾ ਵਾਪਸ। ਮੇਰੀ ਬੇਨਤੀ ਹੈ ਤੈਨੂੰ ਬੇਟਾ, ਮੈਂ ਉਹਨਾਂ ਨੂੰ ਬੇਨਤੀ ਕਰ ਸਕਦਾ, ਮੈਂ ਰਿਕਵੈਸਟ ਕਰ ਸਕਦਾ, ਮੈਂ ਤੈਨੂੰ ਵਾਅਦਾ ਕਰਦਾ ਕਿ ਤਾਈ ਤਾਇਆ ਤੈਨੂੰ ਲਿਜਾਣਗੇ ਔਰ ਤੇਰੇ ਆਇਲਟ ਦੀ ਪੜ੍ਹਾਈ ਦਾ ਖਰਚਾ ਤੁਸੀਂ ਚਾਹੁੰਦੇ ਹੋ ਤਾਂ ਆਈ ਵਿਲ ਹੈਲਪ ਯੂ ਆਊਟ। ਮੈਂ ਰਿਸ਼ਤਾ ਨਹੀਂ ਮੇਰਾ, ਮੈਂ ਤੁਹਾਡਾ ਆਇਲਟ ਦਾ ਖਰਚਾ ਆਪਣੇ ਜੇਬੀ ਕੋਲੋਂ ਅਸੀਂ ਦੇਣ ਨੂੰ ਤਿਆਰ ਹਾਂ, ਤੁਹਾਡੀ ਜ਼ਿੰਦਗੀ ਬਣ ਜਾਵੇ। ਮੈਨੂੰ ਵਾਅਦਾ ਕਰੋ ਕਿ ਤਾਈ ਦੇ ਕੋਲ ਜਾ ਕੇ ਤੁਸੀਂ ਇੱਕ ਆਪਣੀ ਮਾਂ ਸਮਝ ਕੇ ਰਹੋਗੇ ਔਰ ਪਿਛਲੀਆਂ ਗਲਤੀਆਂ ਦਾ ਅਹਿਸਾਸ ਤੁਹਾਨੂੰ ਹੋਊਗਾ ਤੇ ਆਪਣੀ ਜਿਹੜੀ ਤੁਹਾਡੀ ਤਾਈ ਨਹੀਂ, ਉਹ ਅਸਲੀ ਮਾਂ ਆ ਜਿਹਨੇ ਪਾਲਿਆ ਆ। ਤੁਸੀਂ ਮੰਨਣ ਨੂੰ ਤਿਆਰ ਹੋ ਔਰ ਤੁਹਾਡਾ ਖਰਚਾ, ਤੁਹਾਡੀ ਆਇਲਟ ਦਾ, ਤੁਹਾਡੇ ਕੱਪੜਿਆਂ ਦਾ, ਤੁਹਾਡਾ ਰਹਿਣ ਸਹਿਣ ਸਾਰਾ ਕੁਝ ਅਸੀਂ ਕਰਨ ਨੂੰ ਤਿਆਰ ਆ। ਤੁਸੀਂ ਆਪਣੇ ਸੁਭਾਅ ਵਿੱਚ ਪਰਿਵਰਤਨ ਲਿਆਓ ਤੇ ਜਿਹੜਾ ਤੁਹਾਨੂੰ ਖਤਰਾ ਹੈ ਆਪਣੀ ਤਾਈ ਤੋਂ, ਇਹ ਖਤਰਾ ਨਹੀਂ, ਇਹਨੂੰ ਵਾਪਸ ਲਾਓ ਇਹਨਾਂ ਸ਼ਬਦਾਂ ਨੂੰ। ਤਾਈ ਤੁਹਾਡੀ AK-47 ਨਹੀਂ ਚੁੱਕੀ ਫਿਰਦੀ। I don't know ਸਰ ਮੈਂ ਹਾਂਜੀ ਸਰ, ਤੁਸੀਂ ਆਪਣੀ ਤਾਈ ਜੀ ਕੋ ਜਾਓਗੇ, ਆਇਲਟ ਤੇ ਜਿੰਨੇ ਪੈਸੇ ਚਾਹੀਦੇ, ਫੀਸ ਚਾਹੀਦੀ ਆ, ਜਿੰਨੇ ਲੱਖ ਚਾਹੀਦਾ ਆ, ਮੈਂ ਤੁਹਾਨੂੰ ਵਾਅਦਾ ਕਰਦਾ ਕਿ ਮੈਂ ਤੁਹਾਨੂੰ ਮਦਦ ਕਰਨ ਨੂੰ ਤਿਆਰ ਹਾਂ। ਥੈਂਕ ਯੂ ਸਰ, ਪਰ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਜੀ। ਮੈਂ ਆਪਣਾ ਕਿਵੇਂ ਨਾ ਕਿਵੇਂ ਕਰਕੇ ਮੈਂ ਐਡਜਸਟਮੈਂਟ ਕਰ ਲੂੰਗੀ ਕਿਉਂਕਿ ਮੈਂ ਆਪਣੇ ਪਹਿਲਾਂ ਵੀ ਮੈਂ ਐਡਜਸਟਮੈਂਟ ਨਵਜੋਤ ਹੈ, ਕੋਈ ਐਡਜਸਟਮੈਂਟ ਨਹੀਂ ਤੂੰ ਕਰਨੀ, ਤੂੰ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲੈਣਾ ਆ। ਮਾਂ ਤੇਰੀ ਹੈ ਨਹੀਂ, ਪੇ ਤੇਰਾ ਅਬਨੋਰਮਲ ਆ, ਭਰਾ ਤੇਰਾ ਹੈ ਨਹੀਂਗਾ, ਜਿਹੜੇ ਤੇਰੇ ਹੈਗੇ ਉਹ ਤੂੰ ਗਵਾ ਰਹੀ ਆ। ਤੂੰ ਆਪਣੀ ਜ਼ਿੰਦਗੀ ਵਿੱਚ ਆਪਣੀ ਜ਼ਿੰਦਗੀ ਨੂੰ ਛੱਜ ਪਾ ਕੇ ਛੱਟ ਰਹੀ ਆ। ਤੂੰ ਇੱਕ ਸਿਆਣੀ ਕੁੜੀ ਬਣ। ਲੋਕ ਕਹਿਣ ਕਿ ਇਹ ਇੰਨੀ ਕੁੜੀ ਸਿਆਣੀ ਆ ਜਿਹਦੀ ਮਾਂ 2 ਸਾਲ ਦੀ ਉਮਰ ਵਿੱਚ ਛੱਡ ਗਈ ਸੀ ਔਰ ਇੰਨਾ ਪੜ੍ਹੀ ਹੈ ਔਰ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਆਪਣੀ ਮਾਂ ਦਾ ਨਾਮ ਉੱਚਾ ਕਰ। ਹਾਂਜੀ ਸਰ, ਸਰ ਮੇਰੀ ਚੀਜ਼ ਨਾ ਸਰ, ਮੈਂ ਇਹਨਾਂ ਗੱਲਾਂ ਦਾ ਨਾ ਧਿਆਨ ਰੱਖ ਕੇ ਸਾਰਾ ਕਿ ਹਾਂ ਮੇਰੀ ਫੈਮਿਲੀ ਆ, ਮੇਰੀ ਫੈਮਿਲੀ ਦੀ ਇੱਜ਼ਤ ਆ, ਮੈਂ 1 ਸਾਲ ਕੋਟੀ ਇਹ ਸਾਰਾ ਕੁਝ ਸੋਚ ਕੇ ਖਾਧੀ ਆ। ਪਰ ਜਦੋਂ ਮੇਰੇ ਨਾਲ ਇਦਾਂ ਦਾ ਬਿਹੇਵੀਅਰ ਹੋਣ ਲੱਗ ਗਿਆ, ਠੀਕ ਆ, ਮੇਰੇ ਕਿਸੇ ਨੇ ਮੇਰੀ ਪੱਖ ਨਹੀਂ ਸੁਣਿਆ ਤਾਂ ਹਰੇਕ ਵੇਲੇ ਉਹ ਇੱਕ ਦੂਸਰੇ ਦਾ ਪੱਖ ਪੂਰਦੇ ਰਹਿੰਦੇ ਸੀ। ਸਰ ਮੇਰਾ ਯਕੀਨ ਉੱਠਿਆ। hold on 1 second, hold on ਮੈਨੂੰ I'm so worried about you ਬੇਟਾ, ਮੈਨੂੰ ਚਿੰਤਾ ਵੀ ਹੈ ਔਰ ਮੈਨੂੰ ਥੋੜਾ ਜਿਹਾ ਮੈਂ ਅਪਸੈਟ ਵੀ ਹਾਂ ਤੁਹਾਡੇ ਨਾਲ। ਸੋ ਸਾਹਿਬ ਤੁਸੀਂ ਲਾਈਨ ਤੇ ਲਿਆ ਰਹੇ ਹੋ ਕਿ ਲਾਈਨ ਤੇ ਲਿਆ ਰਹੇ ਹੋ? ਪਲੀਜ਼ ਮੈਨੂੰ ਸਾਥ ਦਿਓ, ਮੈਨੂੰ ਪਤਾ ਹੋਵੇ। ਇਹਦੇ ਗੁੱਡੀ ਦੇ ਘਰ ਵਾਲੇ ਦਾ ਨੰਬਰ ਤਾਂ ਹੀ ਬੰਦ ਆਈ ਜਾਂਦਾਗਾ, ਟਰਾਈ ਕਰ ਰਹੇ ਇਹਦੇ ਪੇਕਿਆਂ ਨੂੰ ਕਾਲ ਕੀਤੀ ਜਾਵੇ। ਹਾਲੇ ਪੇਕੇ ਕਾਲ ਕੀਤਾ ਨਹੀਂ ਜਾਂਦਾ? ਕਰ ਰਹੇ ਜੀ, ਕਾਲ ਚੱਕ ਨਹੀਂ ਰਹੇ, ਸੁੱਤੇ ਹੋਣਗੇ ਜੀ, 5-7 ਕਾਲਾਂ ਤੇ ਉੱਠ ਖੜਨਗੇ। ਅੱਜ ਮੈਂ ਪਬਲਿਕ ਓਪੀਨੀਅਨ ਲੈਣੀ ਚਾਹਾਂਗੀ, ਜਨ ਮੈਨੂੰ ਪਬਲਿਕ ਓਪੀਨੀਅਨ ਦਿਓ, ਪਬਲਿਕ ਓਪੀਨੀਅਨ ਵਿੱਚ ਦੇ ਦਿਓ ਸਾਡੇ। SSC ਸਾਬ ਦੇ ਐਪਲੀਕੇਸ਼ਨਸ ਹੋਈਆਂ ਸੀ, ਜਿਹੜਾ ਡਿਵੋਰਸ ਫਾਈਲ ਕੀਤਾ ਸੀਗਾ ਅਸੀਂ, ਤੇ